ਗੁਰੂ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਬੇਸੁਮਾਰ ਅਥਾਹ ਅਗਣਤ ਅਤੁਲ ਜਿਉ ਬਲਾਵੋ ਤਿਉ ਨਾਨਕ ਦਾਸ ਬੋਲੇ ਕਹਾਂ ਲੱਗੈ ਇਹੋ ਕੀਟ ਬਖਾਨੈ ਮਹਿਮਾ ਤੋਰ ਤੁਹੀ ਪ੍ਰਭ ਜਾਨੈ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਮਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਜਿਸਨੋ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਪ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹੋ। ਹਫ਼ਤਾਵਾਰੀ ਦੀਵਾਨ ਸਜੇ ਹਨ। ਹਰ ਜਸ ਕੀਰਤਨ ਆਪ ਜੀ ਨੇ ਰਾਗੀ ਸਿੰਘਾਂ ਕੋਲੋਂ ਸਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਤਾਂ ਵੀਰ ਜੀ ਵੱਲੋਂ ਹੁਕਮ ਹੋਇਆ ਸੀਗਾ ਕਿ ਭਾਈ ਗੁਰਦਾਸ ਜੀ ਦੀ
ਵਾਰਾਂ ਵਿੱਚ ਇੱਕ ਪੌੜੀ ਹੈ ਜਿਸ ਵਿੱਚ ਭਾਈ ਸਾਹਿਬ ਜੀ ਨੇ ਇੱਕ ਗੁਰਸਿੱਖ ਨੂੰ ਸਿਖਾਇਆ ਹੈ ਕਿ ਅਰਦਾਸ ਕਿਵੇਂ ਕਰਨੀ ਹੈ ਗੁਰੂ ਦੇ ਅੱਗੇ। ਕਿ ਗੁਰੂ ਅੱਗੇ ਜਦੋਂ ਸਿੱਖ ਅਰਦਾਸ ਕਰਦਾ ਹੈ ਕਿ ਪਹਿਲੀ ਗੱਲ ਕਿ ਸਿੱਖ ਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੇਰਾ ਸਤਿਗੁਰੂ ਪੂਰਾ ਹੈ, ਉਹ ਮੇਰੇ ਕੀਤੇ ਹੋਏ ਔਗਣਾਂ ਨੂੰ ਬਖਸ਼ ਲੈਂਦਾ ਹੈ। ਕਿ ਅਖੀਰਲੀ ਪੰਕਤੀ ਹੈ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਣ। ਇਸ ਪੌੜੀ ਵਿੱਚ 20 ਔਗਣਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਜਾਰ ਜੁਆਰ ਹਉ ਹਰ ਖਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ ਵਿਸਾਸ ਖਾਸੀ ਕਿਰਤ ਕਾਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ਾ। ਇਹ ਸਾਰੇ ਔਗਣ ਹੈ ਤੇ ਗਿਣਤੀ ਕਰੀਏ ਤੇ ਇਹ 20 ਔਗਣ ਬਣ ਜਾਂਦੇ ਆ। ਔਗਣਾਂ ਦੀ ਤਾਂ ਗਿਣਤੀ ਹੋ ਹੀ ਨਹੀਂ ਸਕਦੀ, ਪਰ ਫਿਰ ਇੱਕ ਅਰਦਾਸ ਕਰਨ ਦਾ ਢੰਗ ਹੈ ਜੋ ਇੱਕ ਸਿੱਖ ਕਰਦਾ ਹੈ ਜੋ ਗੁਰੂ ਨੂੰ ਸਮਰਪਿਤ ਹੈ। ਉਂਝ ਔਗਣਾਂ ਦੀ ਗੱਲ ਕਰੀਏ ਤਾਂ ਭੱਟ ਸਾਹਿਬਾਨ ਭੱਟ ਕੀਰਤ ਜੀ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਆਉਂਦੇ ਆ ਤੇ ਆਪ ਸਾਰੇ ਉਹ ਸੋਈਆ ਪੜ੍ਹਦੇ ਹੋ ਦਰਬਾਰ ਸਾਹਿਬ ਵਿਖੇ ਸੁਣਦੇ ਵੀ ਹੋ ਕਿ ਹਮ ਔਗਣ ਭਰੇ ਏਕ ਗੁਣ ਨਾ ਅੰਮ੍ਰਿਤ ਛਾੜ ਵਿਖੈ ਵਿਖ। ਕਿ ਅਸੀਂ ਤਾਂ ਔਗਣਾਂ ਦੇ ਭਰੇ ਪਏ, ਇੱਕ ਵੀ ਗੁਣ ਨਹੀਂ। ਅੰਮ੍ਰਿਤ ਨੂੰ ਤਾਂ ਛੱਡ ਦਿੱਤਾ ਹੈ ਤੇ ਫੱਕ ਕੀ ਰਹੇ ਆ ਜ਼ਹਿਰ ਵਿਖ ਖਾ ਰਹੇ। ਤੇ ਜ਼ਹਿਰ ਕਿਉਂ ਖਾਧੀ ਜਾ ਰਹੀ ਹੈ, ਇਹ ਵਿਖ ਕਿਉਂ ਖਾਧੀ ਜਾ ਰਹੀ ਹੈ? ਕਿਉਂਕਿ ਮਾਇਆ ਮੋਹ ਪਰਮ ਪੈ ਭੁੱਲੇ। ਮਾਇਆ ਨੇ ਮੋਹ ਪਾ ਦਿੱਤਾ ਹੈ ਤੇ ਜਦੋਂ ਮਾਇਆ ਦਾ ਮੋਹ ਪੈ ਜਾਏ ਤੇ ਫਿਰ ਉੱਥੇ ਕੀ ਹੁੰਦਾ? ਭਰਮ ਪੈ ਜਾਂਦਾ। ਜਦੋਂ ਭਰਮ ਪੈ ਜਾਂਦਾ ਤੇ ਫਿਰ ਬੰਦਾ ਆਪਣੇ ਅਸਲੇ ਨੂੰ ਭੁੱਲ ਜਾਂਦਾ। ਇਹਦਾ ਆਪਣਾ ਅਸਲਾ ਕੀ ਹੈ? ਕਹੋ ਕਬੀਰ ਇਹੋ ਰਾਮ ਕੀ ਅੰਸ। ਅਸਲਾ ਇਹ ਹੈ ਕਹੈ ਨਾਨਕ ਸੋ ਤਤ ਪਾਏ ਕਿ ਅਣਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਰ। ਕਿ ਤਤ ਦੀ ਗੱਲ ਨੂੰ ਉਹ ਸਮਝ ਸਕਦਾ ਜਿਹਦੀ ਦਿਨ ਰਾਤ ਲਿਵ ਲੱਗੀ ਰਹੇ, ਜਿਹਦਾ ਮਨ ਜਾਗਰਤ ਰਹੇ। ਸੁੱਤਾ ਹੋਇਆ ਮਨ ਮਾਇਆ ਦੇ ਵਿੱਚ ਭਰਮ ਹੈ। ਤੋ ਭਰਮ ਵਿੱਚ ਕੀ ਆ ਕੇ ਹੁੰਦਾ? ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਫਿਰ ਪੁੱਤਰ ਦਾ ਵੀ ਮੋਹ ਜਾਗਦਾ ਤੇ ਇਸਤਰੀ ਦਾ ਵੀ ਮੋਹ ਜਾਗਦਾ। ਤੋ ਇਸਤਰੀ ਆਪਣੇ ਪਤੀ ਦਾ ਮੋਹ ਕਰਦੀ ਆ, ਬੱਚਿਆਂ ਦਾ ਮੋਹ ਕਰਦੀ ਆ। ਇਹ ਸੋਈਆ ਆਪ ਪੜ੍ਹਦੇ ਹੋ। ਫਿਰ ਉਹ ਕਹਿੰਦੇ ਕਿ ਉਤਮ ਪੰਥ ਸੁਣਿਓ ਗੁਰ ਸੰਗਤ। ਇਹ ਮਾਇਆ ਦਾ ਮੋਹ ਮਿਟੇ ਕਿਵੇਂ? ਇਹ ਭਰਮ ਦੂਰ ਕਿਵੇਂ ਹੋਵੇ? ਫਿਰ ਉਹਨਾਂ ਨੇ ਕਿਹਾ ਇੱਕ ਉੱਤਮ ਰਸਤਾ ਸੁਣਿਆ ਹੈ, ਉਹ ਹੈ ਗੁਰੂ ਕੀ ਸੰਗਤ। ਜਿਸ ਸੰਗਤ ਵਿੱਚ ਤੁਸੀਂ ਆ ਕੇ ਬੈਠ ਗਏ ਤੇ ਜਦੋਂ ਇਸ ਸੰਗਤ ਵਿੱਚ ਆ ਕੇ ਬੈਠ ਜੀਏ ਤੇ ਇਹ ਮਲੰਤ ਜਾਂ ਮੁਤਰਾਸ ਮਿਟਾਏ। ਫਿਰ ਜਿਹੜਾ ਗੁਰੂ ਕੀ ਸੰਗਤ ਕਰਨ ਲੱਗ ਪੈਂਦਾ। ਜਮ ਦਾ ਅਰਥ ਹੁੰਦਾ ਜਮਾਨਾ, ਜਮ ਦਾ ਅਰਥ ਹੁੰਦਾ ਮੌਤ। ਨਾ ਗੁਰਸਿੱਖ ਨੂੰ ਜਮਾਨੇ ਦਾ ਡਰ ਆ, ਨਾ ਗੁਰਸਿੱਖ ਨੂੰ ਜਮਾਂ ਦਾ ਡਰ ਹੈ, ਮੌਤ ਦਾ ਡਰ। ਖਤਮ ਹੋ ਜਾਂਦੀ ਤਰਾਸ, ਖਤਮ ਹੋ ਜਾਂਦਾ ਡਰ ਜਿਹੜਾ ਉਹਦੇ ਅੰਦਰ ਹੁੰਦਾ ਹੈ, ਕਿਉਂਕਿ ਗੁਰੂ ਕੀ ਸੰਗਤ ਵਿੱਚੋਂ ਇਹ ਗੁਣ ਮਿਲਦੇ ਆ। ਇਸ ਕਰਕੇ ਭੱਟ ਕੀਰਤ ਜੀ ਨੇ ਕਿਹਾ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਮ। ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਅਸੀਂ ਚਾਹੁੰਦੇ ਹਾਂ ਕਿ ਸਾਡਾ ਮਨ ਆਪ ਦੀ ਸ਼ਰਨ ਵਿੱਚ ਰਹੇ। ਜੇਕਰ ਸਾਡਾ ਮਨ ਤੁਹਾਡੀ ਸ਼ਰਨ ਵਿੱਚ ਰਹੇਗਾ
ਤੇ ਇਹ ਜਿਹੜਾ ਸਰੀਰ ਔਗਣਾ ਦਾ ਭਰਿਆ, ਇਹ ਤਾਂ ਹੈ ਹੀ ਔਗਣਾ ਦਾ, ਪਰ ਇਤਨਾ ਜ਼ਰੂਰ ਹੈ ਕਿ ਤੁਸੀਂ ਸਾਨੂੰ ਬਖਸ਼ ਲਵੋਗੇ। ਤੇ ਜਦੋਂ ਬਖਸ਼ੇ ਜਾਵਾਂਗੇ ਬੇੜਾ ਉਦੋਂ ਹੀ ਪਾਰ ਉਤਰਨਾ ਹੈ। ਹੁਣ ਇੱਕ ਤਾਂ ਆਤਮਾ ਹੈ ਜਿਹਦੇ ਬਾਰੇ ਆਪਾਂ ਜ਼ਿਕਰ ਕਰ ਲਿਆ ਹੈ ਕਿ ਕਹੋ ਕਬੀਰ ਇਹੋ ਰਾਮ ਕੀ ਆਸ। ਦੂਸਰਾ ਜੀਵ ਆਤਮਾ ਹੈ ਜਿਹਨੂੰ ਤੁਸੀਂ ਮਨ ਵੀ ਕਹਿ ਸਕਦੇ ਹੋ। ਬਾਹਰ ਹੀ ਇੱਕ ਸਰੀਰ ਹੈ। ਤੇ ਇੱਕ ਵਾਰੀ ਕਥਾ ਵਿੱਚ ਜ਼ਿਕਰ ਵੀ ਕੀਤਾ ਸੀ ਗਿਆਨੀ ਸੰਸਦ ਦੀ ਮਸਕੀਨ ਹੋਣਾ ਕਿ ਜਿਹੜਾ ਮਨ ਹੈ ਉਹ ਟਾਈਮ ਪੀਸ ਦੇ ਪੈਂਡਲੂਮ ਵਰਗਾ ਹੈ ਕਿ ਜਿਵੇਂ ਸੱਜੇ ਕਦੀ ਖੱਬੇ ਜਾਂਦਾ, ਤਿਵੇਂ ਮਨ ਜਿਹੜਾ ਹੈ ਜੇਕਰ ਤਾਂ ਆਤਮਾ ਦੀ ਤਰਫ ਨੂੰ ਝੁਕ ਜਾਏ ਤਾਂ ਬੜਾ ਪਵਿੱਤਰ ਹੋ ਜਾਂਦਾ, ਕਿਉਂਕਿ ਪਰਮਾਤਮਾ ਬੜਾ ਪਵਿੱਤਰ ਹੈ। ਤੇ ਪਰਮਾਤਮਾ ਦੀ ਅੰਸ਼ ਜੋ ਆਤਮਾ ਉਹ ਵੀ ਬਹੁਤ ਪਵਿੱਤਰ ਹੈ। ਤੇ ਜਿਸ ਦਿਨ ਮਨ ਪਵਿੱਤਰ ਹੋ ਜਾਂਦਾ, ਆਤਮਾ ਕੋਲ ਚਲਾ ਜਾਂਦਾ, ਤਾਂ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਸ਼ੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਬੀਰ ਜੀ ਦਾ ਸ਼ਲੋਕ ਹੈ ਨਾ, ਕਹਿੰਦੇ ਮਨ ਹੀ ਇਤਨਾ ਪਵਿੱਤਰ ਹੋ ਗਿਆ, ਆਤਮਾ ਵਿੱਚ ਹੀ ਲੀਨ ਹੋ ਗਿਆ। ਤੇ ਆਤਮਾ ਪਰਮਾਤਮਾ ਦੀ ਤਰ੍ਹਾਂ ਬੜੀ ਪਵਿੱਤਰ ਹੈ। ਤੇ ਜਦੋਂ ਮਨ ਹੀ ਇਤਨਾ ਪਵਿੱਤਰ ਹੋ ਗਿਆ ਗੰਗਾ ਦੇ ਪਾਣੀ ਦੀ ਤਰ੍ਹਾਂ, ਪਹਿਲਾਂ ਤੇ ਮੈਂ ਰੱਬ ਨੂੰ ਆਵਾਜ਼ਾਂ ਮਾਰਦਾ ਸੀ ਕਿ ਬੌੜੀ ਕਰ, ਹੁਣ ਰੱਬ ਮੈਨੂੰ ਆਵਾਜ਼ਾਂ ਮਾਰਦਾ ਹੈ ਕਿ ਕਬੀਰ ਦੱਸ ਕੀ ਚਾਹੀਦਾ, ਕੀ ਲੋੜ ਹੈ। ਕਬੀਰ ਦਾ ਅਰਥ ਵੱਡਾ ਵੀ ਹੁੰਦਾ। ਤੋ ਜਿਹੜਾ ਸਰੀਰ ਹੈ, ਤੁਹਾਨੂੰ ਪਤਾ ਹੈ ਕਿ 5 ਤੱਤ ਕੋ ਤਨ ਰਚਿਓ, ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ। ਜਿਤਨੀ ਸਿਰਜਣਾ ਹੋਈ ਹੈ ਸੰਸਾਰ ਦੀ, ਇਹ ਸਾਰੀ ਮਾਇਆ ਤੋਂ ਹੋਈ ਹੈ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਪੌੜੀ ਹੈ ਜਪਜੀ ਸਾਹਿਬ ਵਿੱਚ, ਏਕਾ ਮਾਈ ਜੁਗਤ ਵੇ ਆਏ ਤਿੰਨ ਚੇਲੇ ਪ੍ਰਵਾਨ। ਇਹ ਫਿਰ ਸਾਰੀ ਖੇਡ ਉੱਥੋਂ ਵਰਤਦੀ ਹੈ ਕਿ ਪਰਮਾਤਮਾ ਨੇ ਇੱਕ ਮਾਈ ਪੈਦਾ ਕੀਤੀ ਹੈ, ਉਹ ਮਾਈ ਹੈ ਮਾਇਆ। ਤੇ ਇਹ ਮਾਇਆ ਤੋਂ ਸ੍ਰਿਸ਼ਟੀ ਦੀ ਹੋਂਦ ਬਣਦੀ ਹੈ। ਜੋ ਕੁਝ ਦਿਸਦਾ ਹੈ, ਜਿਤਨਾ ਆਕਾਰ ਹੈ, ਆਕਾਰ ਨੂੰ ਕੀ ਕਿਹਾ ਜਾਂਦਾ? ਮਾਇਆ ਹੈ। ਮਾਇਆ ਦਾ ਰੂਪ ਹੈ ਜੋ ਦਿਸਦਾ ਹੈ। ਆਕਾਰ ਜਿਤਨਾ ਹੈ ਮਾਇਆ ਹੈ। ਸਵਾਲ ਹੈ ਸਿੱਧਾਂ ਦਾ, ਕਿਉਂ ਵਾਰ-ਵਾਰ ਉਹ ਕਹਿੰਦੇ ਨੇ ਕਿ ਮਹਾਰਾਜ ਜੀ ਅਸੀਂ ਪਾਰਬਤੀ ਨੂੰ ਮਾਈ ਮੰਨਦੇ ਹਾਂ, ਤੇ ਸਤਿਗੁਰਾਂ ਨੇ ਕਿਹਾ ਮਾਈ ਤਾਂ ਸਾਰੀ ਦੁਨੀਆ ਇੱਕੋ ਨੂੰ ਬਣਾਉਂਦੀ ਆ, ਉਹ ਮਾਇਆ, ਕਿ ਮਾਇਆ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਜਿਹੜਾ ਭਗਵਾਨ ਹੈ ਉਹ ਸਭਨਾਂ ਦਾ ਪਿਤਾ। ਤੇ ਫਿਰ ਜਦੋਂ ਕੋਈ ਸਮਝ ਜਾਂਦਾ ਕਿ ਮਾਇਆ ਨੂੰ ਪੈਦਾ ਕਰਨ ਵਾਲਾ ਵੀ ਵਾਹਿਗੁਰੂ ਹੈ, ਤਾਂ ਫਿਰ ਭਗਵਾਨ ਨੂੰ ਲੋਕ ਕਹਿੰਦੇ ਆ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਸਭ ਕੁਝ ਤੂੰ ਹੀ ਹੈ। ਹੁਣ ਮੈਂ ਗੱਲ ਇੱਥੋਂ ਆ ਕੇ ਲਿਆਵਾਂ ਕਿ ਵੇਖੋ, ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਆਪਣੇ ਆਪ ਦੀ ਸਮਝ ਪਵੇ, ਤੇ ਇਹਦੇ ਵਾਸਤੇ ਜ਼ਰੂਰੀ ਹੁੰਦਾ ਗੁਰੂ ਕੀ ਸੰਗਤ ਵਿੱਚ ਆਉਣਾ ਤੇ ਸਮਰਪਿਤ ਹੋ ਜਾਣਾ ਗੁਰੂ ਨੂੰ। ਜਿਤਨਾ ਚਿਰ ਤੱਕ ਮਨੁੱਖ ਸਮਰਪਿਤ ਨਹੀਂ ਹੁੰਦਾ ਗੁਰੂ ਨੂੰ, ਉਤਨਾ ਚਿਰ ਤੱਕ ਆਤਮਿਕ ਗਿਆਨੀ ਨਹੀਂ ਬਣਦਾ। ਇਹ ਜ਼ਰੂਰੀ ਹੈ। ਫਰਜ਼ ਕਰੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸਾਨੂੰ ਇੱਕ ਸਿਰ ਚਾਹੀਦਾ, ਤੇ ਸਿਰ ਹੁਣ ਉਹੀ ਦੇ ਸਕਦਾ ਜਿਹੜਾ ਗੁਰੂ ਨੂੰ ਬਿਲਕੁਲ ਸਮਰਪਿਤ ਹੈ, ਕਿ ਜਿਹਦੀ ਆਪਣੀ ਮਰਜ਼ੀ ਨਹੀਂ ਹੈ। ਮਰਜ਼ੀ ਦਾ ਅਰਥ ਹੁੰਦਾ ਮੈਂ ਆਪਣੇ ਮਨ ਦੀ ਮਰਜ਼ੀ ਕਰਨੀ, ਕਿ ਮੈਂ ਕੁਝ ਆਪਣਾ ਵੀ ਕਰਨਾ, ਕਿ ਮੈਂ ਆਪਣੀ ਅਕਲ ਦੇ ਤਾਣ ਤੇ ਵੀ ਚੱਲਣਾ ਹੈ। ਪਰ ਗੁਰੂ ਕਹਿੰਦਾ ਹੈ ਕਿ ਤੂੰ ਆਪਣੀ ਅਕਲ ਦਾ ਤਾਣ ਛੱਡੇਂਗਾ ਤੇ ਗੱਲ ਬਣਨੀ ਆ। ਅਕਲ ਦਾ ਤਾਣ ਬਹੁਤ ਵੱਡਾ ਤਾਣ ਹੈ। ਅਕਲ ਦਾ ਜ਼ੋਰ ਬਹੁਤ ਵੱਡਾ ਜ਼ੋਰ ਹੈ। ਅਕਲ ਦੇ ਤਾਣ ਨਾਲ ਹੀ ਸਾਰੀ ਗੱਲ ਨੂੰ ਸਮਝੀਦਾ ਹੈ ਦੁਨੀਆ ਵਿੱਚ। ਹੁਣ ਜਦੋਂ ਮਨ ਦਾ ਝੁਕਾਅ ਬਾਹਰ ਵੱਲ ਨੂੰ ਹੁੰਦਾ ਹੈ ਤਾਂ ਸਰੀਰ ਦੇ 9 ਦਰਵਾਜ਼ੇ ਆ। ਤੁਹਾਨੂੰ ਪਤਾ ਹੈ ਕਿ 9 ਇੰਦਰੀਆਂ।
ਤੇ ਜਦੋਂ ਮਨ 9 ਇੰਦਰੀਆਂ ਵਿੱਚ ਜਾਂਦਾ, 9 ਦਰਵਾਜ਼ਿਆਂ 'ਚ ਜਾਂਦਾ ਤੇ ਮੈਲਾ ਹੋ ਜਾਂਦਾ। ਕਿਉਂਕਿ ਜਦੋਂ ਮਨ ਨੇ ਵੇਖਣਾ ਕਿਵੇਂ? ਅੱਖਾਂ ਰਾਹੀਂ। ਤੇ ਜੋ ਅੱਖਾਂ ਰਾਹੀਂ ਵੇਖਦਾ ਉਹ ਤੋਂ ਪ੍ਰਭਾਵਿਤ ਹੋ ਜਾਂਦਾ। ਤੇ ਇਸ ਬਾਗ ਬਗੀਚੇ 'ਚ ਬੜੇ ਸੋਹਣੇ ਸੋਹਣੇ ਫੁੱਲ ਖਿੜੇ ਆ। ਉਹ ਜਿਹੜੇ ਫੁੱਲ ਖਿੜੇ ਆ ਉਹਨਾਂ ਤੋਂ ਮਨ ਪ੍ਰਭਾਵਿਤ ਹੁੰਦਾ। ਤੇ ਜਦੋਂ ਮਨ ਪ੍ਰਭਾਵਿਤ ਹੁੰਦਾ ਤੇ ਉਹਨਾਂ ਦੀ ਚਾਹਤ ਕਰਦਾ। ਜਦੋਂ ਚਾਹਤ ਕਰਦਾ ਤੇ ਫਿਰ ਕਾਮ ਆ ਜਾਂਦਾ। ਜਦੋਂ ਕਾਮ ਆ ਜਾਂਦਾ ਤੇ ਮਨ ਚੰਚਲ ਹੋ ਜਾਂਦਾ। ਜਦੋਂ ਮਨ ਚੰਚਲ ਆ ਜਾਂਦਾ ਤਾਂ ਫਿਰ ਕਦੀ ਭਗਵਾਨ ਦੀ ਸਮਝ ਪੈਂਦੀ ਨਹੀਂ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਸੰਤ ਰਾਗ ਵਿੱਚ ਉਹਨਾਂ ਦਾ ਸ਼ਬਦ ਹੈ ਕਿ ਪਾਪੀ ਹੀਏ ਮੈਂ ਕਾਮ ਬਸਾਏ, ਮਨ ਚੰਚਲ ਜਾਤੇ ਗਹਿਓ ਨਾ ਜਾਏ। ਕਿ ਪਾਪੀ ਬੰਦੇ ਦੇ ਹਿਰਦੇ ਵਿੱਚ ਕੀ ਵਸਦਾ? ਕਾਮਨਾ। ਕਾਮਨਾ ਦੇ ਕਈ ਰੂਪ ਨੇ। ਅੱਗੇ ਚੱਲ ਕੇ ਇਹਨੂੰ ਕਾਮ ਵਾਸ਼ਨਾ ਵੀ ਕਹਿ ਸਕਦੇ ਹੋ, ਜਾਂ ਇੱਕ ਪਰਮਾਤਮਾ ਦੀ ਚਾਹਤ ਨੂੰ ਛੱਡ ਕੇ ਜੋ ਕੁਝ ਬਾਕੀ ਮੰਗਿਆ ਜਾਂਦਾ ਉਹ ਸਭ ਕਾਮਨਾ ਹੁੰਦੀ। ਤੇ ਜਦੋਂ ਪਾਪੀ ਹੀ ਹੈ ਮੈਂ ਕਾਮ ਵਸਾਏ ਆ, ਜਦੋਂ ਕਾਮਨਾ ਆ ਗਈ, ਮੰਗਣਾ ਤਾਂ ਸੱਚ ਇੱਕ ਸੀ ਕਿ ਮੰਗਣਾ ਤਾਂ ਸੱਚ ਇੱਕ, ਮੰਗ ਤਾਂ ਚਾਹੀਦੀ ਸੀ ਇੱਕ ਸੱਚ ਦੀ ਕਿ ਵੇਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ। ਸਮਝਣਾ ਤਾਂ ਇਹ ਗੱਲ ਨੂੰ ਸੀ ਕਿ ਵੇਖੀ ਤੈਨੂੰ ਛੱਡ ਕੇ ਮੈਂ ਜੋ ਕੁਝ ਮੰਗਾਂਗਾ ਉਹ ਮੇਰੇ ਸਿਰ ਦਾ ਬੋਝ ਬਣੇਗਾ, ਉਹ ਦੁੱਖਾਂ ਦਾ ਕਾਰਨ ਬਣੇਗਾ, ਉਸ ਤੋਂ ਮੈਂ ਦੂਰ ਚਲਾ ਜਾਵਾਂਗਾ। ਪਰ ਇਹ ਜੋ ਪੰਕਤੀਆਂ ਸੰਬੰਧ ਰੱਖਦੀਆਂ, ਇਹ ਗੁਰਸਿੱਖ ਨਾਲ ਸੰਬੰਧ ਰੱਖਦੀਆਂ। ਜੋ ਗੁਰਮੁਖ ਨੂੰ ਸਮਝਦਾ, ਕਿ ਜੋ ਜਾਣਦਾ ਹੈ ਕਿ ਕਾਮਨਾ ਜਿਹੜੀ ਹੈ ਉਹ ਪਰਮਾਤਮਾ ਤੋਂ ਟੁੱਟ ਤੋੜ ਦਿੰਦੀ ਹੈ। ਤੇ ਜਦੋਂ ਕਾਮਨਾ ਆ ਜਾਂਦੀ ਹੈ, ਹੁਣ ਮਨ ਜਿਹੜਾ ਉਹ ਪਾਪੀ ਹੋ ਜਾਂਦਾ। ਮਨ ਦੇ ਵੀ ਹਮੇਸ਼ਾ ਦੋ ਰੂਪ ਹੀ ਰਹਿੰਦੇ ਆ। ਇੱਕ ਹਿੱਸਾ ਤਾਂ ਕਿਹਾ ਜਾਂਦਾ ਕਿ ਮਨ ਤੋਂ ਜੋਤ ਸਰੂਪ ਹੈ। ਜੋਤ ਸਰੂਪ ਕਿਵੇਂ ਆ? ਜਦੋਂ ਆਤਮਾ ਵੱਲ ਗਿਆ ਏ, ਆਤਮਾ ਜੋਤ ਹੈ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਸਾਰਿਆਂ ਵਿੱਚ ਪ੍ਰਕਾਸ਼ ਹੈ ਨਾ, ਜਿਹੜਾ ਸਾਰਿਆਂ 'ਚ ਪ੍ਰਕਾਸ਼ ਇੱਕੋ ਜਿਹਾ, ਜਿਹਦੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਭ ਰੱਬ ਦੇ ਪੈਦਾ ਕੀਤੇ ਹੋਏ ਆ, ਏਕ ਨੂਰ ਤੇ ਸਭ ਜਗ ਉਪਜਿਆ। ਉਹ ਜਿਹੜਾ ਨੂਰ ਹੈ, ਜੋ ਪ੍ਰਕਾਸ਼ ਹੈ, ਉਹਦੇ 'ਚ ਤੇ ਕੋਈ ਫਰਕ ਨਹੀਂ। ਬੱਚੇ ਵਿੱਚ ਵੀ ਉਹੋ ਜਿਹਾ, ਬੁੱਢੇ ਵਿੱਚ ਵੀ ਉਹੋ ਜਿਹਾ, ਔਰਤ ਵਿੱਚ ਵੀ ਉਹੋ ਜਿਹਾ, ਮਰਦ ਵਿੱਚ ਵੀ ਉਹੋ ਜਿਹਾ। ਉਹ ਪ੍ਰਕਾਸ਼ ਤਾਂ ਇੱਕੋ ਜਿਹਾ ਰਹੇਗਾ। ਉਹ ਤਾਂ ਕੀੜੀ ਤੋਂ ਲੈ ਕੇ ਹਾਥੀ ਵਿੱਚ ਵੀ ਉਹੋ ਜਿਹਾ ਹੀ ਕਿ ਘਟ ਘਟ ਮੈਂ ਹਰਜੂ ਬਸੈ ਸੰਤਨ ਕਹੋ ਪੁਕਾਰ। ਉਹ ਪ੍ਰਕਾਸ਼ ਹਰੇਕ ਹਿਰਦੇ ਵਿੱਚ ਹੈ ਤਾਂ ਸਾਰਿਆਂ ਵਿੱਚ ਇੱਕੋ ਜਿਹਾ ਰਹੇਗਾ। ਉਹਦੇ 'ਚ ਕੋਈ ਫਰਕ ਨਹੀਂ ਹੈ। ਫਰਕ ਕੀ ਹੈ? ਜਾਂ ਤਾਂ ਸਰੀਰਾਂ ਦਾ ਜਾਂ ਫਿਰ ਮਨਾਂ ਦਾ। ਮਨ ਕਰਕੇ ਫਰਕ ਪੈਂਦਾ। ਜਿੱਥੇ ਸਾਡਾ ਮਨ ਨਾ ਮਿਲੇ, ਸਮਝ ਲਓ ਦੁਸ਼ਮਣੀ ਹੈ, ਜਾਂ ਅਸੀਂ ਪਿਛਾਂ ਹਟ ਜਾਵਾਂਗੇ। ਕਿਉਂਕਿ ਮਨ ਮਿਲੇ ਦੇ ਮੇਲੇ ਆ ਤੇ ਗੁਰ ਮਿਲੇ ਦੇ ਚੇਲੇ ਆ। ਮਨ ਮਿਲੇ ਤੇ ਤਦ ਹੀ ਮੇਲੀ ਹੋਈਏ। ਜੇ ਮਨ ਹੀ ਨਹੀਂ ਮਿਲਦਾ ਤਾਂ ਮੇਲੀ ਕਿਵੇਂ ਹੋਏ ਬੰਦਾ? ਤੇ ਜਦੋਂ ਮਨ 'ਚ ਫਰਕ ਪੈਂਦਾ ਤੇ ਬੰਦਾ ਆਪੇ ਪਿਛਾਂ ਹਟ ਜਾਂਦਾ। ਤੇ ਜਦੋਂ ਮਨ ਮਿਲ ਜਾਂਦਾ ਤੇ ਉੱਥੇ ਬੰਦਾ ਜਾ ਮਿਲਦਾ। ਇਸ ਕਰਕੇ ਇੱਕ ਸੰਗਤ ਤੇ ਸੰਗਤ ਦਾ ਫਰਕ ਪੈਂਦਾ। ਕਿ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਕਿ ਅਮਲੀ ਰਚਨ ਅਮਲੀਆਂ ਸੋਫੀ ਸੋਫੀ ਮੇਲ ਕਰਨ ਦੇ। ਕਿ ਹੁਣ ਅਮਲੀ ਦਾ ਮਨ ਮੇਲ ਖਾਂਦਾ ਅਮਲੀ ਦੇ ਨਾਲ, ਜਿਹਦੇ ਕਰਕੇ 7 ਵਾਲ ਭੰਨ ਕੇ ਵੀ ਉਹਨੂੰ ਕੋਈ ਫੋਨ ਕਰੇ ਕਿ ਫਲਾਣੀ ਜਗ੍ਹਾ ਤੇ ਨਸ਼ਾ, ਉੱਥੋਂ ਤੱਕ ਵੀ ਚੜਾ ਜਾਏ ਤੇ ਉਸ ਬੰਦੇ ਨਾਲ ਭਿਆਲੀ ਕਰੇਗਾ ਵੀ 7 ਵਾਲ ਭੰਨ ਕੇ, ਛੱਡੇਗਾ ਨਹੀਂ। ਕਿਉਂਕਿ ਉਹਦਾ ਮੇਲ ਆ ਉਹਦੇ ਨਾਲ ਮਨ ਮਿਲਿਆ ਹੋਇਆ। ਇਸੇ ਤਰ੍ਹਾਂ ਵੇਕਾਰੀਆਂ ਵੇਕਰਮੀ, ਇਹ ਸਾਰੇ ਵਿਕਾਰੀ ਲੋਕ ਵੀ ਰਲ ਜਾਂਦੇ ਆ ਆਪਸ ਵਿੱਚ। ਤਾਂ ਜਿੱਥੇ ਮਨ ਮਿਲ ਜਾਏ, ਪਾਪੀਆਂ ਦਾ ਗੰਢ ਜੋੜ ਹੁੰਦਾ ਹੈ, ਧਰਮੀਆਂ ਦਾ ਵੀ ਗੰਢ ਜੋੜ ਹੁੰਦਾ ਹੈ। ਇੱਕ ਉਹ ਗੰਢ ਜੋੜ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ, 250-300 ਬੰਦੇ ਦਾ। ਬਾਕੀ ਸਾਰੀ ਸ੍ਰਿਸ਼ਟੀ ਦਾ ਗੰਢ ਜੋੜ ਤੁਸੀਂ ਵੇਖਦੇ ਹੋ ਕਿਵੇਂ ਚੱਲਦਾ। ਇੱਕ ਗੰਢ ਜੋੜ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ, ਪੀਰ ਬੁੱਧੂ ਸ਼ਾਹ ਦਾ। ਇਹ ਗੰਢ ਜੋੜ ਹੈ
जिथे मन बड़े पवित्र है एक पासे, ते दूसरे पासे मेल वेखो किन्ना मनां 'च फर्क है। जिहड़े पापी लोग है उन्हां दे मन मिलते हैं, जिहड़े धर्मी लोग है उन्हां दे भी मन मिलते हैं। तो मनां 'च फर्क पैंदा ते शक्लां करके फर्क पैंदा। जदों मनां 'च दराड़ आ जाए परिवार टुट जाते हैं, मनां 'च दराड़ पै जाए कौम टुट जाती है। हुण जिवें गुरु ग्रंथ साहिब महाराज जी साडे इष्ट ने, तो साडा गुरु एक है, तो जदों गुरु एक है तो फिर सिख दा सिख नाल लड़ना ही नहीं चाहिए, क्योंकि गुरु तो ओहदा एक है। पर फिर भी गुरु पिछे लड़ाइयां होंदियां ने, गुरसिੱਖੀ रखदियां होइयां भी एक दूसरे नाल सिख लड़दा। तो गुरु दे तल दे उपर तां कोई फर्क नहीं है। जिथे प्रकाश है गुरु का वो कोई फर्क नहीं है। फर्क की है तुहाडे मनां 'च, फर्क की है तुहाडीआं अकलां 'च, फर्क की है तुहाडीआं सियाणपां 'च। तो जदों मन शरीर की तरफ नूं जाएगा, आकार की तरफ नूं जाएगा, ये मन पापी हो जाएगा। तो जदों मन पापी हो जाएगा तो मन मैले सब कुछ मैला, फिर तो समझ लो कि सारी जिंदगी मैली है। ये जिहड़े औगण है ना जिन्ने आउंदे आ मनुख दे अंदर, भाई गुरदास जी ने कहा 20 औगण है। तो गुरु अर्जन देव महाराज जी तो इस तरह कहते हैं कि जेता समुंद सागर नीर भरिया ते तह औगण हमारे। 20 औगणा की की गिनती करिए। इत्थे तो महाराज जी समुंदर पानी का भरिया ना, तो समुंदर की की मिणती कर लईए, तो इत्थे तो बंदा औगणा नाल भरिया, उसकी की मिणती गिनती करांगे। इस करके गुरु जी नूं की कहा जाता, क्यों जो तो सतगुरां कहा कि लेखा रब मंगेसिया बैठा कढ वही, भई वो वही कढ लैंदा, फिर बंदे नूं कहंदा कि हिसाब किताब दे, तेरा लेखा लेना। ये तो गल निश्चय है कि गुरबाणी आद सच है, जुगाद सच है। बाबा फरीद जी ने भी कहा कि लेखा रब मंगेसिया तू आहो किहड़े काम। ਇਹਦਾ अर्थ कि लेखा तो रब मंगदा ना, कि जिस वास्ते बंदे नूं भेजिया गया उन्हें वो काम नहीं किया भी। तो जो हेरा फेरी होए तो जिवें हुण श्रोमणी कमेटी 'च रौला पैंदा, रौला सारी जगह पर पैंदा, जिथे हेरा फेरी हो जाए अगले हिसाब मंगते हैं। तो जिवें रब भी हिसाब मंगदा कि मैं भेजिया तो तेनों इस करके सी 84 लाख जूना चों तू गेड़ा दे लिया, तैनूं हुण मैं एक जन्म इंसान का भी दे देवां कि कुत्ते की तरह तू कई बारी पैदा होया, कुत्ते की जिंदगी तू कई बारी जिया, कई बारी कुत्ते की मौत तो मरिया, पशु की तरह तू कई बारी जम्मिया, पशु की तरह तू जिंदगी कई बारी जी है, पशु की तरह तू कई बारी मरिया। पर मैं चाहता कि एक बार तेनों इंसान का भी रुतबा दिता जाए, तेनों मैं अपने स्वरूप चो साजदा कि शायद मेरी तरह ही तू हो सके, मेरा ही रूप हो सके, तू जो कुछ मैं करता हाँ तू कर सके। जिवें मैं मिठ बोलना हाँ, जिवें मैं दया स्वरूप वाला हाँ, जिवें मैं निमरता वाला हाँ, जिवें मैं धर्म की रखिया करता हाँ, जिवें मैं दुष्टा का नाश करता हाँ, तू इस तरह का है, मैं इस तरह का पैदा करना है। जन्म तेनों देवांगा इंसान की तरह, अगे जिंदगी तू किस तरह करनी है ये तू वेख। पर मनुख जन्म तो इंसान की तरह लैंदा ते जिउंदा किवें पशु की तरह, कुत्तियां की तरह, ते मरदा किवें कुत्ते की मौत। गुरु गोबिंद सिंह महाराज जी ने तो त्रिया चरित्र च लिख ही दिता है कि जिहड़े लोग इस तरह के हुंदे है काम वासना के अधीन रहने वाले, सतगुरां कहा हो सवान की मृत हाथ लेंडी कै मरही। कैसे लोग कुत्ते की मौत तो मरते होंगे तो औरत के हथों ही मरते होंगे। ये त्रिया चित्र के कई गुण है जे उन्होंने चंगी तरह विचारोगे तो की है। एक द्रौपदी वेखण वास्ते दुर्योधन जिद कर बैठा, तो जो जिद की तो किस ढंग नाल मरिया कि देही गिरज ना खाई, लाश रोलदी रह गई उत्थे। इस तरह का काम हो जाता। जे रावण ने सीता का हथ किया तो फिर रावण भी एंड में मर गया। तो यह घर रावण दिया ना बाती, कौन दीवा जगाने वाला मगर बचया। इस तरह दी मौतां भी होंदियां ने। तो गल की कि मनुख जो औगणा नाल क्यों भरदा है,
कि जो मनुख झुका बाहर वाल नूं करेगा, इहदियां मंगां आउणगियां, इहदे अंदर तृष्णा आएगी, इहदे अंदर कामना आएगी। तो जदों वो कामना की पूर्ति नहीं होएगी तो यह बंदा मतलबी हो जाएगा, स्वार्थी हो जाएगा। जिथों जिथों कामना की पूर्ति होएगी उथे उथे इहदा नेह हुंदा जाएगा। फर्ज करो समझाउण वास्ते मैं उदाहरण लै रहा, बच्ची आ छोटी, बच्चा है छोटा, उन्होंने लगता है कि माँ बाप बिना मेरा गुजारा नहीं। वो माँ बाप की बहुत परिक्रमा करता, माँ बाप नाल बड़ा स्नेह करता। मापे अपने छोटे बच्चों नाल भी बहुत प्रेम करते हैं। हुण जदों बच्ची बच्चा जवान हो जाते हैं, हुण शरीर की डिवेलपमेंट हो जाती है, शरीर में कुछ सैल इस तरह के बन गए क्योंकि बच्चा नहीं रहा, अडल्ट हो गया। अडल्ट जदों हो गया तो वो मन की कुछ मंग होर हो गई है। जदों वो मन की मंग बच्ची बच्चे की कुछ होर हो गई है कि हुण एक भैन का भरा बदल गया है, जां एक पुत की माँ बदल गई है, जां बाप बदल गया है, जां भरा की भैन बदल गई है। की बदल गया है? सारा परिवार तो वही है। उही जिहड़ी भैन है कहती मेरा भरा, उही भरा कहता मैं भैन की गाल नहीं लै सकता, उही पुत कहता मैं अपने माँ की गाल नहीं लै सकता। बड़ा प्रेम करदा वो, पर फिर भी ਉਹਦੇ अंदर जिहड़ी चाहत हो गई है, वो अडल्ट हो चुका है, ਉਹਦੇ अंदर जो सैल बन चुके है, ਉਹਦੀ जिहड़ी कामना है, ਉਹਦੀ कामना की पूर्ति वास्ते आनंद कारज किया जाता, ਉਹਦੀ वासना की पूर्ति वास्ते विआह किया जाता, ਉਹਦੀ वासना की पूर्ति वास्ते गृहस्थ नूं प्रधानता दी गई कि गृहस्थ प्रधान है। क्योंकि जेकर ਉਹਦੀ ਇਹ कामना पूरी ना होई तो बंदा भी पिछाड़ी बन जाएगा। इस गल वो जित नहीं सकेगा, जितना बड़ा औखा। तो जितने जोगी लोग सन, तुसी जानते हो कि सब तो वड्डा जोगी तो शिव जी है ना, कि जिन्ना जोग मत है वो सारा शिवां की पूजा करता कि असीं शिव लोक विच पहुंचना है। तो शिव जी की हालत भी तुसी वेखोगे कि वो बेचारा अखां मीट के बैठा रहिंदा कि अखां ही नहीं खोलणियां। क्यों नहीं अखां खोलणियां? वो कहता जदों कुछ बाहर वेखी तो सुरत बाहर नूं जांदी, जदों बाहर नूं सुरत जांदी मन मैला हो जाता, जदों मन मैला हो जाता शिव ही विषयी हो जाता। कहानियां तुहाडे सामने है ना कि जदों समुंदर रिड़किया जी, लिखिया पुराणा विच, ते विष्णु ने मोहनी अवतार धार लिया जी। मोहनी अवतार की एक सुंदर स्त्री बन गया। क्यों बन गया? उन्हें धोखा देना राक्षसां नूं कि उन्होंने शराब पियानी आ, देवतियां नूं अमृत पियाना, वो इस करके स्त्री बनिया। तो स्त्री का स्वरूप राक्षस का वेख के मोहत हुंदा। भाव यही सी कि जदों बंदा स्त्री का रूप वेख के मोहत हो रहा, बंदा देवता नहीं रहा, बंदा राक्षस हो गया। चंगे चंगे गुरसिख बंदे भी राक्षस बिरती दे हो सकते हैं। कदों? जदों वो पराया रूप वेख के चित डला लैन। इस करके गुरसिख नूं अरदास करनी पवेगी, डोलण ते राखो प्रभु नानक दे कर हाथ। जे गुरसिख अरदास नहीं ना करता कि अपने आप बड़ा मान करता कि मेरे वर्गा गुरसिख कोई नहीं, तो फिर गुरु को तरीके बड़े होंदे उन्होंने समझाउण। भाई जोगा सिंह नूं थोड़ा मान होया सी कि मेरे वर्गा गुरसिख कोई, इहो जिहा गुरसिख सी। ते सतगुरां फिर कहा सी वो तू गृहस्थी कर लैनो, अपनी इस्त्री नूं वेख लैनो, जे तू यही कुछ वेखना सी, चबारे वाल ही जाना सी, उत्थे ही लावां पूरियां कर लैनो। पर यह इम्तिहान जोगा सिंह दा होया क्यों? जदों उन्हें अरदास करनी छड़ दित्ती कि डोलण ते राखो प्रभु, जदों हौमे आ गई कि मैं बड़ा गुरसिख हाँ, कदी ये मान ना करियो। जिह प्रसाद तिरो रहता धर्म, मन सदा ध्याए केवल पार। ये धर्म किसी का निभदा तो भी गुरु की कृपा नाल निभदा, नहीं तो वड्डे वड्डे धर्मी जदों रब ठोकर मारदा एवें तरक जाते, ओदी कृपा तो बिना धर्म नहीं निभ सकदा। ये औगणा की गल मैं चल रही, तद करके कह रहा टॉपिक इसे ढंग का ही है कि भाई जोगा सिंह के मन में यह गल आ जाती, तो शिव भी अख खोलता तो वह मोहनी रूप में वेखदा रह जाता। तो फिर कहते कि जो मोहनी रूप में वेख के होया
कि वह बिंद गोहे च डिग पिया, उतों गोरखनाथ पैदा हो गया, मच्छी ने खा लिया, मछंदरनाथ पैदा हो गया, सिद्ध इंज पैदा हो गए। शिव पुराण च सब कुछ लिखिया होया। तुसीं वेखोगे कि इतना वड्डा तपस्वी जिहदे गुरबाणी की सिफत भी की कि रुद्र ध्यान ज्ञान सतगुरु के, रुद्र का ध्यान सब तो पक्का ध्यान, कि रुद्र का ध्यान शिव का ध्यान मन्निया जाता कि बड़ा पक्का ध्यान है, तो वो जिद्दां ध्यानी कोई नहीं है। पर वह भी जदों अखां खोलदा तो आकार वेखदा, जदों आकार वेखदा तो मन मैला हो जाता। इस करके साधु संत महात्मा नगरां तो दूर जाके कुटिया क्यों बनाउंदे, अखां मीच मीच के समाधियां क्यों लाउंदे, कि मन का झुकाव हमेशा अंदर जावे, मन का झुकाव हमेशा अंदर नूं होवे, बाहर नूं ना जावे। ते भाई गुरदास जी ने भी लिखिया है, कुरबानी तिना गुर सिखां बाहर जांदा वर्ज रहाया। मैं कुरबान जाना ना गुर सिखां तो, मन का सुभाव आ बाहर नूं दौड़ना, पर जिहड़े घेर घेर के इहनूं अंदर नूं लिआउंदे आ कि अपने अंदर आत्मे जुड़ जाते। तो जिस दिन तुहानूं अपने अंदर आत्मे आनंद आउण लग पेगा, फिर जिहड़ा ब्रह्म ज्ञानी हुंदा उहदी दृष्टि किस तरह की हुंदी है कि ब्रह्म ज्ञानी की दृष्ट अमृत वर्ष। वेखो उहदी निगाह विच अमृत वर्ष दा ब्रह्म ज्ञानी दो तरीकिਆਂ नाल सोचदा। जिवें सानूं गुरमत विच कहा गया कि एका नारी जती होए पर नारी धी भैन विखाए। एक तो ढंग यह है कि जेकर तुहानूं चेता नहीं आता तो अपनी ध्यान भैन का कर लिया करो, ध्यान अपनी माँ का कर लिया करो। जे किसी टाइम तुहानूं लगे कि मेरा चित्त डोल रहा है, तुसीं अपनी भैन नूं तां वेखदे ही हुंदे हो, घर विच अपनी माँ नूं भी वेखदे हुंदे हो। जे तुहानूं लगे कि इस तरह मेरे नाल हो रहा कि मैं मेरे हथों मेरा मन जा रहा कि निकल रहा, नहीं काबू आ रहा, तो तुसीं ये सोचना कि मेरी भैन उहदी तस्वीर अपनी अखां अगे लियाओ, अपनी भैन की तस्वीर अखां अगे लियाओ। भैणां इस तरह ही करन कि अपने भरा की तस्वीर अपनी अखां अगे लियाउण, अपने बाप की अखां अगे तस्वीर लियाउण, तां जो उन्होंने ये शर्म आ सके। जो इस ढंग नाल कोई सीखे, जाना नहीं इहदे कोई उपरों उपरों पंक्ति पढ़ ली, समझना। जे मन नूं समझाउणा तो इहदा तरीका है समझाउण दा। बंदे नूं पता है कि मेरी भैन का रिलेशन बड़ा पवित्र है, बंदे ने भी पता मेरी माँ का भी रिलेशन बड़ा पवित्र है, बाप का भी रिलेशन बड़ा पवित्र है। तो वह जो पवित्र रिश्ते हैं तो उत्थे ये मैल आउंदी नहीं, फिर उड़ जाता सब। हाँ, ये गिरे हुए लोग होंदे है कि जिन्हों कह लो कि बिल्कुल ही साखत है कि नानक मन मुखां नालों टुटिया भली, जिन्ना माया मोह प्यार, जिन्ना अंदर बिल्कुल ये गल गिर जाती है कि धी की भी लज्जिया नहीं है, बाप की भी लज्जिया नहीं है। तो की कहिए कि सतगुरां ने तो बाणी विच बहुत सोहने खुलासे कीते है कि शर्म धर्म का डेरा दूर, कि जो शर्म नहीं तो धर्म कित्थे आएगा, धर्म तो उत्थे आएगा जिथे शर्म है। पहला की है कि शर्म उड़ती है, जो शर्म उड़ जाती है तो धर्म खंभ ला के उड़ जाता। जिहड़ी धी हुण बाप नाल नचे, जिहड़ी भैन भरावां नाल नचे, शर्म तो है नहीं, तो जो शर्म है नहीं तो फिर किवें धर्म निभे। जदों ये रीत ही उड़ गई कि शर्म नाम की कोई चीज़ ही नहीं, धर्म तुहानूं शर्म सिखाउंदा कि शर्म करो थोड़ी बहुत। तो धर्मी बंदे की निशानी है कि वह भैड़े कामां तो शर्म करना, कि नहीं ये भैड़े काम ने, इन्हां तो शर्म महसूस करना। तो जदों कोई भैड़े काम करन लगा शर्म ही ना करे तो उन्होंने कहते आ बेशर्म, बस ये अंदर कोई धर्म नहीं, इन्हें जो कुछ करना करी जा। हुण मैं कहता सी कि बच्ची बच्ची तो उही हुंदे आ, परिवार भी वो हुंदे आ, पर एक कामना अंदर हो गई, बच्चा छोटा कामना करदा कि मैनूं माँ ही चाहिए है। इस तरह छोटी बच्ची भी कामना करदी नूं मापे चाहिए है। जदों उही बच्ची बच्चा जवान हो जाता, उहदे सरीर डिवेलपमेंट हुंदी है, फिर वो कामना करदा कि मैनूं इस्त्री चाहिए है, कि उछलिया काम काल मत लागी आन सकत गल बांधिया। कि गुरबाणी की पंक्ति गुरु ग्रंथ साहिब महाराज की कि सतगुरां क्या उछलिया काम, भगत त्रिलोचन जी की बाणी श्री राग विच, ते काम ने मारिया उछाला हो, क्योंकि जवानी आ गई ना। तो काल मत लागी, मत नूं की लग गई कालख,
ਕਾਲਖ ਲੱਗ ਗਈ। ਜਿਹੜੀ ਮੱਤ ਬੜੀ ਉੱਤਮ ਮੱਤ ਸੀਗੀ, ਬੱਚੇ ਦੀ ਮੱਤ ਬੜੀ ਪਵਿੱਤਰ ਹੁੰਦੀ, ਨਿਰਮਲ ਹੁੰਦੀ। ਜੇ ਸਾਧੂ ਬਣਨਾ ਤਾਂ ਬੱਚੇ ਦੀ ਤਰ੍ਹਾਂ ਹੀ ਬਣ ਜਾਓ ਕਿ ਧੰਨੇ ਸੇਵਿਆ ਬਾਲ ਬੁੱਧ। ਧੰਨਾ ਤਾਂ ਬਿਲਕੁਲ ਬੱਚਾ ਬਣ ਗਿਆ ਤੇ ਰੱਬ ਮਿਲ ਗਿਆ। ਤੇ ਜੇ ਭਗਤ ਜਾ ਉਹ ਤੇ ਬਾਲ ਬੁੱਧ ਵਿੱਚ ਜੀਂਦਾ ਹੈ ਨਾ, ਬਿਲਕੁਲ ਬੱਚਿਆਂ ਦੀ ਤਰ੍ਹਾਂ ਭੋਲਾ ਹੁੰਦਾ ਹੈ, ਅੰਦਰੋਂ ਬਾਹਰੋਂ ਨਿਰਮਲ ਹੈ, ਸਾਫ਼ ਹੈ। ਪਰ ਜਦੋਂ ਬੰਦਾ ਜਵਾਨ ਹੋ ਗਿਆ तो कामना आई, कामना ने किया मन चंचल हो गया। मन चंचल हो गया, हुण वो सोचन लगा कि मैं अपनी माँ तो ओला करा, अपने बाप तो ओला करा, भरावां तो ओला करा। तो रब ने बहुत सोहना इहो जिहे लोकां नूं अजकल मोबाइल दे दिता कि जिन्ने मर्जी पढ़दे करी जाओ। पहला तो परिवार बैठता सी सारा साझा मिल के, तो कोई गलत काम बंदा सोचता सी दिमाग तक सीमित रहिंदा सी कि उन्होंने अंजाम नहीं सी दिता जाता शरीर करके। पर हुण तां मोबाइल ने कल्ले कल्ले नूं कर दिता कि जो मर्जी तुसीं शरीर नाल भी अंजाम दे सकदे हो, जो कुछ वेखदे। तो जो कुछ वेखदे हो सारा कुछ ही मैला तो हो ही जा रहा, ये स्टोर ते होर जमा हो ही जा रहा। फिर जन्मिया तो तू भगवान वर्गा सी, इंसान वर्गा सी, पर जो कुछ हुण तू वेखी जा रहा, जो कुछ तू करी जा रहा है, तो हुण जानवरां तो भी गांह लंघ गई ना गल कि पशु तो इस तरह नहीं ना कर रहे कि उन्हां दा मन इतना मन मैला हो रहा होवे, जां होर जीवां जंतुआं दा इन्ना मन मैला हो रहा होवे। हुण मनुख हो करके तू उन्हां पशुआं पंछुआं नालों भी ज़्यादा मन मैला कर लिया। तो जिन्नों इन्नी मैल चढ़ गई तो ये मैल धुपेगी कदें? जन्म जन्म की इस मन को मर लगी, वो तो पहला ही लगी सी, ये तो होर पिरत जम गई। तो इंसान तो मुक्त नहीं हो सकता। इस करके सतगुरां कहा सी कि रब जी उंज तां तुसीं लेखा मंगदे हो, ते जदों लेखा मंगदे हो हिसाब किताब हुंदा। ते कई बारी मनुख सच्चा भी होवे तद भी हिसाब किताब पूरा नहीं उतरदा, उन्हें पता नहीं कित्थे वरत लए पैसे, की हो गया की नहीं होया। सारियां गल्लां दी लिखत पढ़त आपां नहीं करदे कई बारी, पर रब तां लिखत पढ़त करन लग पैंदा ते साडे दिमाग विचों गल्लां निकल गईयां हुंदियां जो कुछ कीता हुंदा। फिर पाप कर्म करने वास्ते तो पढ़दे भी चाहिए आ, सच तो कोई पढ़दा हुंदा ही नहीं। हुण गुरु गोबिंद सिंह महाराज जी का सच लिख दिता, जो कोई दसम ग्रंथ लिखता, त्रीया चित्र लिखता कि सच है कि जो कोई तुहाडी जिंदगी च वरतारा वरतेगा सच है, तुहानूं नजिठना पवेगा इहदे नाल। ते पर वो सच नंगा है ना, जिहदे करके लोग उंगलां चुकदे ते झूठ ते पर्दे पाए हुंदे आ, इस करके लोगों को झूठ चंगा लगता। सच हमेशा नग्न होंदा है, सच हमेशा कोई पर्दा नहीं बनाता, झूठ नूं पर्दा चाहिए। आ शरीर साडा झूठा है ना, तो झूठे शरीर ते पर्दे भी बनते हैं चाहिए। आत्मा ते की पर्दा बनाओगे? आत्मा तो निर्मल है, वो तो भगवान दी अंश है। रब तो काहदा पर्दा? रब पर्दे बनाउंदा, वो तो सद सुनदा, सद वेखदा, क्यों मुक्कर पाया जाए। वो तो सदा ही सुनदा, सदा ही वेखदा, पर्दा तो साडियां अखां ते पै जांदा। तो जदों हिसाब किताब होण लगे तो फिर सतगुरां ने कहा, सिखा जे तां तू कहें कि मैं बड़ा चंगा, जे तू यह गल कहें कि मैं बड़ा धर्मी, जे तू यह गल कहें कि मैं तो इतनी सेवा की, जे तू यह गल कहे कि मैं इतना सिमरन किया, जे तू मैं कहेगा तो फिर बुराइयां का भी हिसाब नाल नाल चलेगा कि जिथे चंगे काम किए उत्थे तू मंदे भी कीते। पर सतगुरां क्या लेखा कदे ना छुटिए, ये गल का ख्याल रख। जे लेखा होन लग्या तो तू छुट नहीं सकेगा, कित्थे छुटेगा? छुट सकता बंदा? तुसी दसो, मनुख का मन है संगत च बैठ के भी एक संगत कर जाता, बाहरों लगता संगत च बैठे हैं। जे एक काजी नमाज पढ़ता होया घर चला जाता तो बशेरी संभल लग पैंदा, खूह च ना डिग पे। जे एक नवाब दौलत खां घोड़े खरीदण जा सकता मसीते नमाज पढ़ता होया, तो कि असीं नहीं जा सकते? असीं भी तो बैठे ही हैं ना, ते शरीर बैठे आ। तो जे ये कुछ अंदरों हो सकता तो कुसंगत भी अंदरों हो जाती, संगत हुंदियां अंदरों कुसंगत हो जाती।
इस करके बड़ी सावधानी की लोड़ है। सावधान एकाग्र चित्त भी रहो, सावधान भी रहो। सावधान बाहरों ने चौपाई का पाठ पढ़ीए तो साढ़े अंदर ही दो बिरतियां ने, एक सिख दी है, एक असिख दी है। कि हमरी करो आहदे रिश्ता, पूर्ण होए चित्त की इच्छा, कि सच्चे पातशाह जीओ मेरे सिर के उपर हथ रखो, मेरे मन के उपर हथ रखो, मेरे चित्त की इच्छा पूरी हो जाए। वो केड़ी कि तब चरणन मन रहे हम। मेरी चित्त की इच्छा ये है कि मेरा मन बाहर नूं ना भटके। जे बाहर भटकेगा तो ये मन मैला हो जाएगा। ये मन कोई होर इच्छा करे ही ना। केड़ी इच्छा करे? तब चरणन मन रहे। मेरा मन तेरे चरणों नाल जुड़िया। जदों मेरा मन तेरे चरणों नाल जुड़ गया फिर मैं तेरा हो गया। जदों मैं तेरा हो गया तो अपना जान करो प्रतिपाला। तुसीं आपे ही मैनूं अपना समझ लेना है, मेरी प्रतिपालना कर लेनी है। जे जोगा सिंह वादा करता है कि सच्चे पातशाह मैं तुहाडा हाँ, मेरा मन हमेशा तुहाडे चरणों च रहेगा, तो महाराज जी ने जोगा सिंह नूं बचपन तो लैके अपने चरणों में ही रखिया है। ये तो जोगा सिंह ही भुल गया ना कि गुरु चरणों चो अपने मन नूं बाहर लै गया। उहदा मन हुण वेश्या की तरफ नूं चला गया। पर जेकर मन चरणों में रहिंदा तो उस पासे नूं ना जांदा। ये अरदास करनी हुंदी गुरसिख ने। इस तरह सिख उबार असिख संघरो, कि मेरे अंदरों सिक्खी पैदा हो। जिहड़ियां दूसरियां बिरतियां ने औगणा वालियां वो मर जाण मेरे अंदर। एक बाहर की लड़ाई है, बाहर किन्ना नाल लड़ते हैं जिहड़े सिख ही नहीं रखते, जिहड़े दुष्ट लोग ने। आपां कहने दुष्ट लोग है, तो जे कोई कहे दुष्टां विच रब नहीं है, रब की जोत नहीं है, रब की जोत समझ के तुसीं उन्हां नूं कुछ कह ही नहीं सकते। किनूं कहोगे कि माड़े नूं भी माड़ा नहीं कहा जा सकता, कि बुरा भला तिच्चर आखदा जिच्चर है दोहो माहे। गुरबाणी की पंक्ति कि बुरा तो भला जदों दो गल्लां तुसीं कहिंदे हो ना तो तद भी दवैत है। दुबदा विच हो, किसी नूं बुरा कह रहे हो, किसी नूं भला कह रहे हो। कोई बुरा नहीं है, कोई भला नहीं है। फिर तुसीं कहोगे फिर बुरा क्यों नहीं है तो भला क्यों नहीं है? गुरबाणी तो कहती भी है कि बुरे लोग है भी ने। तो मैं पहला ही कहा कि बुरे वो लोग ने जिन्हां दे मन में फर्क है, जिन्हां दी मनोवृत्ति ठीक नहीं है। बुरे वो लोग है, पर उन्हां अंदर भी रब दा प्रकाश है। ना को मूर्ख ना को सियाणा, वरते सब कुछ तेरा भाणा। उंज तां मूर्खां दी गिणती नहीं की जा सकती, किन्ने ने। पर महाराज जी कहते मैनूं मूर्ख भी कोई नहीं दिसदा, मैनूं ते सियाणा भी कोई नहीं दिसदा। मैनूं की दिसदा है? सब गोबिंद है, सब गोबिंद है, गोबिंद बिन नहीं कोई। एक ही बाकी दिसदा है, माया चित्र विचित्र बेमोहित बिरला बूझै कोई। ये माया दे चित्र ने, ये माया दे विचित्र ने। ये विचित्र नाटक माया का विचित्र है। समझो गुरु गोबिंद सिंह महाराज नूं ये तो कहते विचित्र नाटक की भी कथा नहीं कर देनी। एक पासे भगत नामदेव जी कहते माया चित्र विचित्र, चित्र भी है विचित्र भी है, मोहित भी है, मोहित भी कर दी। ये दसम ग्रंथ की जिहड़ी कथा है ये माया चित्र विचित्र है, ओदी है, वो मोहित कर दी है। पर बिरला बूझै कोई, गुरमुख समझदा है बिरला, मनमुख नहीं समझदा। मनमुख की जहो जी अपनी बिरती है वो तो ये चो काम लभना शुरू कर दिंदा। ये तो काम दीयां गल्लां जी, वो ये चो लभदा ही नहीं है कि सुध जबते हम तरी परन गुरदय हमारे। उन्हें ये गल नहीं समझ पैंदी कि निज नारी स्यो नेहो तुम नित बड़ाइयो। इन्हां गल्लां नूं छड्ड जांदा है, क्योंकि बिरला बूझै कोई। वो है तो उन्हां दे अंदर भी सब कुछ, पर उन्हां दा झुकाव आ शरीर वाल नूं ते आकार वाल नूं।
ਤੇ ਜਿਹੜੇ ਆਕਾਰ ਵੱਲ ਨੂੰ ਵੇਖਦੇ ਆ, ਸਰੀਰ ਵੱਲ ਨੂੰ ਵੇਖਦੇ ਆਂਦੇ ਅਸੀਂ ਨਹੀਂ ਮੰਨਦੇ, ਕਿਉਂਕਿ ਉਹਨਾਂ ਨੇ ਆਤਮਾ ਕਦੀ ਵੇਖੀ ਨਹੀਂ। ਉਹ ਤੇ ਕਹਿੰਦੇ ਵਿਖਾਓ, ਤੇ ਉਹਨਾਂ ਨੂੰ ਕੌਣ ਵਿਖਾਵੇ? ਇਹ ਤੇ ਅਭਿਆਸ ਹੈ ਤੁਹਾਡਾ ਆਪਣਾ। ਕਿ ਕੀ ਇੱਕ ਸਾਧੂ ਹੈ, ਉਹ ਬੁਰੇ ਨੂੰ ਵੀ ਬੁਰਾ ਨਹੀਂ ਕਹਿੰਦਾ। ਕਿ ਬਾਬਾ ਅਦਲੀ ਜੀ ਬੈਠੇ ਆ, ਭਾਈ ਵਿਧੀ ਚੰਦ ਚੋਰੀ ਕਰਦਾ ਹੈ ਕਿ ਚੋਰ ਜਾਰ ਜੁਆਰ ਹੋਂ ਪਰ ਕਰ ਜੋ ਹੰਦਾ। ਭਾਈ ਗੁਰਦਾਸ ਜੀ ਦੀ ਆਪਾਂ ਪੰਕਤੀ ਪੜ੍ਹੀ ਕਿ ਇਹ ਵੀ ਇੱਕ ਔਗੁਣ ਹੈ ਚੋਰੀਆਂ ਕਰਨੀਆਂ। ਤੋ ਕੀ ਹੋਇਆ, ਮੱਝਾਂ ਚੋਰੀਆਂ ਕਰ ਲਈਆਂ ਤੋ ਪਰ ਮਗਰੋਂ ਬਾਹਰ ਪੈ ਗਈ, ਤੋ ਮੱਝਾਂ ਛੱਪੜ ਚਲੀਆਂ ਗਈਆਂ। ਤੋ ਬਾਬਾ ਅਦਲੀ ਜੀ ਲਾਗੇ ਬੈਠੇ, ਕਿਤੇ ਲੁਕਣ ਨੂੰ ਜਗ੍ਹਾ ਨਹੀਂ, ਤੋ ਜਾ ਕਰਕੇ ਕਹਿੰਦੇ ਕਿ ਬਾਬਾ ਜੀ ਬਚਾ ਲਓ। ਹੁਣ ਸਾਧੂ ਦਾ ਤੇ ਸੁਭਾਅ ਹੈ ਕਿ ਉਹ ਹਮੇਸ਼ਾ ਹੀ ਦਇਆਵਾਨ ਹੈ, ਉਹ ਤਾਂ ਚੋਰ ਤੇ ਵੀ ਦਇਆ ਕਰੇਗਾ ਨਾ। ਇਹ ਥੋੜਾ ਕਹੇਗਾ ਕਿ ਚੋਰ ਨੂੰ ਸੂਲੀ ਚੜਾ ਦਿਓ ਫਾਹੇ, ਉਹ ਇਹ ਨਹੀਂ ਗੱਲ ਕਰਦਾ। ਹੁਣ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਤੇ ਦੂਸਰੇ ਲੋਕ ਤੇ ਕਹਿੰਦੇ ਫਾਹੇ ਲਾ ਲਓ, ਉਹ ਕਰੋ। ਇਹ ਅਦਾਲਤਾਂ ਕਰ ਸਕਦੀਆਂ। ਗੁਰੂ ਹਮੇਸ਼ਾ ਬਖਸ਼ਦਾ ਹੁੰਦਾ, ਗੁਰੂ ਹਮੇਸ਼ਾ ਦਇਆਵਾਨ ਹੁੰਦਾ, ਗੁਰੂ ਹਮੇਸ਼ਾ ਬਖਸ਼ਣ ਯੋਗ ਹੈ। ਆਪਣੀ ਵਾਰੀ ਕਹਿਣਾ ਕਿ ਗੁਰੂ ਜੀ ਸਾਨੂੰ ਬਖਸ਼ ਲਓ ਤੇ ਦੂਸਰੇ ਵਾਰੀ ਕਹਿਣਾ ਕਿ ਫਾਹੇ ਲਾ ਲਓ, ਇਹ ਗੱਲਾਂ ਨਹੀਂ ਹੁੰਦੀਆਂ। ਮੈਂ ਕਹਿੰਦਾ ਕਿ ਗੁਨਾਹਗਾਰ ਹੈ ਤੇ ਜਿਸ ਢੰਗ ਦੀ ਧਰਮ ਵਿੱਚ ਸਜ਼ਾ ਸੁਣਾਈ ਜਾਂਦੀ ਉਸੇ ਢੰਗ ਦੀ ਹੀ ਸੁਣਾਈ ਜਾ ਸਕਦੀ। ਇਹ ਸਰਕਾਰੀ ਅਦਾਲਤ ਨਹੀਂ ਹੈ। ਸਰਕਾਰੀ ਅਦਾਲਤ ਇਹ ਕੁਝ ਕਰ ਸਕਦੀ। ਸਰਕਾਰੀ ਅਦਾਲਤ ਵਿੱਚ ਤਾਂ ਵਕੀਲ ਵੀ ਝੂਠੇ ਖਰੀਦ ਕੇ ਸੱਚ ਬਣ ਜਾਂਦਾ, ਜੱਜ ਵੀ ਝੂਠੇ ਖਰੀਦ ਕੇ ਸੱਚ ਬਣ ਜਾਂਦਾ ਨਾ। ਪਰ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ, ਤੁਸੀਂ ਬਿਲਕੁਲ ਭਰੋਸਾ ਰੱਖੋ। ਜੇ ਕੋਈ ਜਥੇਦਾਰ ਵੀ ਗਲਤੀ ਕਰੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਹੀਂ ਗਲਤੀ ਕਰਦੇ, ਕਿਉਂਕਿ ਉਹ ਗੁਰੂ ਹੈ, ਉਹ ਨਹੀਂ ਭੁੱਲਦੇ। ਉਹ ਜਾਣਦੇ ਆ ਕਿ ਯੋਗ ਕੀ ਹੈ। ਇਹ ਸਮੇਂ ਮੁਤਾਬਕ ਸਭ ਕੁਝ ਹੋ ਜਾਂਦਾ ਹੁੰਦਾ। ਜੇਕਰ ਕੋਈ ਗੁਨਾਹ ਗਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੇਖਣਗੇ ਕੀ ਕਰਨਾ, ਉਹ ਕਰ ਲੈਣਗੇ। ਉਹ ਆਪੇ ਹੀ ਢੰਗ ਅਨਕ ਵਿਧੀ ਸਮਝਾਵੋ। ਉਹਨਾਂ ਕੋਲ ਬੜੀਆਂ ਵਿਧੀਆਂ ਨੇ, ਬੜੇ ਤਰੀਕੇ ਨੇ ਸਮਝਾਉਣ ਦੇ, ਉਹ ਸਮਝਾ ਲੈਂਦੇ ਹੁੰਦੇ ਕਿਵੇਂ ਕਰਨਾ। ਤੋ ਜਿਹੜਾ ਗੁਰੂ ਹੈ ਉਹਦੇ ਕੋਲ ਬੜੇ ਢੰਗ ਨੇ, ਬੜੇ ਤਰੀਕੇ ਨੇ। ਇਹ ਨਾ ਕਹੋ ਕਿ ਪਾਪੀ ਬੰਦੇ ਨੇ ਹੱਥ ਚੁੱਕ ਲਈ ਤੇ ਉਹਦਾ ਅੰਤ ਨਹੀਂ ਆਏਗਾ। ਜੇ ਬਹੁਤ ਹੀ ਹੱਥ ਚੁੱਕ ਲੈ ਤਾਂ ਫਿਰ ਇਹ ਪਵਿੱਤਰ ਰੂਹਾਂ ਵੀ ਆ ਜਾਂਦੀਆਂ ਹੁੰਦੀਆਂ ਨਾਲ ਹੀ, ਉਹ ਕੁਝ ਕਰਨ ਵਾਸਤੇ। ਜੇ ਔਰੰਗਜ਼ੇਬ ਹੱਥ ਚੁੱਕਦਾ ਤੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੁੰਦਾ ਨਹੀਂ? ਜੇ ਕੰਸ ਹੱਥ ਚੁੱਕ ਲੈਂਦਾ ਕ੍ਰਿਸ਼ਨ ਦਾ ਅਵਤਾਰ ਹੁੰਦਾ ਨਹੀਂ? ਹੁੰਦੇ ਆ, ਇਸ ਤਰ੍ਹਾਂ ਆ ਜਾਂਦਾ। ਹਰਨਾਕਸ਼ ਨੇ ਹੱਥ ਚੁੱਕ ਲਈ ਤੇ ਕੀ ਹੈ, ਉਹਦੇ ਘਰ ਪ੍ਰਹਲਾਦ ਦਾ ਅਵਤਾਰ ਹੁੰਦਾ ਨਹੀਂ? ਉਹ ਰੱਬ ਹੀ ਵਿਧੀ ਬਣਾ ਲੈਂਦਾ ਕਿ ਆਹ ਹਰਨਾਕਸ਼ ਕਹਿੰਦਾ ਕਿ ਸਾਰੀ ਦੁਨੀਆ ਨੂੰ ਝੁਕਾਉਣਾ, ਲੈ ਤੇਰੇ ਘਰ ਇੱਕ ਬੱਚਾ ਪੈਦਾ ਕਰਤਾ, ਤੂੰ ਇਹਨੂੰ ਝੁਕਾ ਕੇ ਵਿਖਾ ਦੇ, ਦੂਸਰਿਆਂ ਦੀ ਗੱਲ ਹੀ ਛੱਡ ਦੋ। ਕਲਪ ਕਲਪ ਕੇ ਮਰ ਗਿਆ ਬੰਦਾ, ਉਹ ਬੱਚਾ ਹੀ ਨਹੀਂ ਗੱਲ ਮੰਨਿਆ, ਕੀ ਕਰੋਗੇ? ਉਹਦੇ ਕੋਲ ਬੜੇ ਢੰਗ ਹੈ। ਕਹਿੰਦੇ ਆ ਨਾ, ਜਿਹਦਾ ਕਦੀ ਨੱਕ ਨੀਵਾਂ ਨਾ ਹੋਵੇ ਉਹਨੂੰ ਔਲਾਦ ਝੁਕਾ ਲੈਂਦੀ ਹੁੰਦੀ ਹੈ। ਜਿਨ੍ਹਾਂ ਬਾਪਿਆਂ ਨੇ ਬੜੀ ਇੱਜ਼ਤ ਬਣਾਈ ਹੁੰਦੀ ਹੈ, ਬੜਾ ਆਪਣਾ ਨੱਕ ਬਣਾਇਆ ਹੁੰਦਾ, ਵੱਡੇ ਵੱਡੇ ਝੁਕ ਜਾਂਦੇ ਆ ਧੀਆਂ ਕਰਕੇ, ਪੁੱਤਾਂ ਕਰਕੇ। ਤੇ ਇਸ ਕਰਕੇ ਵੀ ਕਈ ਵਾਰੀ ਬੜਾ ਬਦਨਾਮੀ ਹੁੰਦੀ ਹੈ। ਜੋ ਨਾਮਣਾ ਬਣਾਇਆ ਹੁੰਦਾ ਮਿੱਟੀ 'ਚ ਰੁਲ ਜਾਂਦਾ, ਕਿਉਂਕਿ ਜਦੋਂ ਨਾਮਣਾ ਬਣਾਇਆ ਹੁੰਦਾ ਉਦੋਂ ਬੰਦਾ ਅਸਮਾਨੇ ਚੜ੍ਹਿਆ ਹੁੰਦਾ ਕਿ ਮੇਰੇ ਵਰਗਾ ਹੈ ਦੂਸਰਾ ਕੋਈ ਨਹੀਂ। ਤੇ ਗੁਰਬਾਣੀ ਕਹਿੰਦੀ ਜੋ ਅਸਮਾਨ ਨਾ ਮਾਮਣੀ, ਤੂੰ ਅਸਮਾਨੇ ਚੜ੍ਹ ਗਿਆ ਕੋਈ ਗੱਲ ਨਹੀਂ, ਤੇਰੇ ਨੱਕ ਨੱਥਾਂ ਪਾਏ, ਉਹ ਨੱਥ ਪਾ ਲੈਂਦਾ ਹੁੰਦਾ, ਲੈ ਆਉਂਦਾ ਹੁੰਦਾ ਇਹ। ਤੋ ਯਕੀਨ ਰੱਖੋ, ਭਰੋਸਾ ਰੱਖੋ। ਇਹ ਨਾ ਹੋਵੇ ਕਿਹੜੇ ਗੁਰੂ ਘਰ ਦੇ ਸਿਧਾਂਤ ਹੈ ਉਹਨਾਂ ਤੇ ਉਂਗਲ ਚੁੱਕੀ ਜਾਏ। ਸਿਧਾਂਤ ਸਾਡਾ ਇਹੀ ਹੈ ਕਿ ਜੋ ਗੁਰੂ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ ਉਹਨੂੰ ਮਾਫੀ ਦਿੱਤੀ ਜਾਏ। ਗੁਰੂ ਦਾ ਸਿਧਾਂਤ ਇਹੀ ਹੈ। ਹੁਣ ਆਪਾਂ ਵੀ ਤੇ ਔਗਣਾਂ ਦੀ ਗੱਲ ਕਰਦੇ ਹਾਂ ਨਾ, ਤੋ ਇੱਕ ਹੀ ਭਰੋਸਾ ਸਿੱਖ ਨੂੰ ਕਿ ਚਲੋ ਮੈਂ ਗਲਤੀ ਤਾਂ ਨਹੀਂ ਕਰਾਂਗਾ ਮਹਾਰਾਜ ਜੀ, ਪਰ ਮੈਂ ਭੁੱਲਣਹਾਰ ਹਾਂ। ਕਿਉਂਕਿ ਜਦੋਂ ਤੁਸੀਂ ਪੰਜ ਪਿਆਰੇ ਸਾਹਿਬਾਨਾਂ ਦੇ ਪੇਸ਼ ਹੁੰਦੇ ਹੋ ਤਾਂ ਪਹਿਲਾਂ ਤਾਂ ਗ੍ਰੰਥੀ ਸਿੰਘ ਪੁੱਛਦਾ ਪੰਜਾਂ ਸਿੰਘਾਂ ਨੂੰ, ਤਿਆਰ ਬਾਰ ਤਿਆਰ ਹੋ? ਤੋ ਇਕੱਲਾ ਇਕੱਲਾ ਸਿੰਘ ਕਹਿੰਦਾ ਜੀ ਸਰੀਰ ਕਰਕੇ ਤਿਆਰ ਬਾਰ ਆ, ਮਨ ਕਰਕੇ ਭੁੱਲਣਹਾਰ। ਉਹ ਦੋ ਗੱਲਾਂ ਕਹਿੰਦਾ। ਫਿਰ ਪੰਜ ਪਿਆਰੇ ਸਾਹਿਬਾਨ ਇਕੱਠੇ ਹੋ ਜਾਂਦੇ, ਫਿਰ ਗ੍ਰੰਥੀ ਸਿੰਘ ਨੂੰ ਪੁੱਛਦੇ ਤਿਆਰ ਬਾਰ ਤਿਆਰ? ਗ੍ਰੰਥੀ ਸਿੰਘ ਵੀ ਇਹੀ ਗੱਲ ਕਹਿੰਦਾ, ਸਰੀਰ ਕਰਕੇ ਤਿਆਰ ਬਾਰ ਆ, ਮਨ ਕਰਕੇ ਭੁੱਲਣ। ਮਨ ਕਰਕੇ ਭੁੱਲਣਹਾਰ ਇਨਸਾਨ ਰਹੇਗਾ। ਜੇ ਉਹ ਭੁੱਲਦਾ ਨਹੀਂ ਫਿਰ ਤੇ ਰੱਬ ਆ।
जे वो भुलदा नहीं फिर तो गुरु है। गुरबाणी कहती भुलन अंदर सब को भुल गुरु करता, कि गुरु नहीं भुलदा, करतार नहीं भुलदा, भुलदा तो फिर ये मनुख भुलदा। तो जां जदों फिर सुरत बिल्कुल गुरु दे विच लीन हो गई कि भाई मनी सिंह लीन हो गया गुरु गोबिंद सिंह महाराज जी जूंदा जागदा, ये नहीं कि शरीर छड्डिया, ये गल समझण वाली। भाई कन्हैया जी शरीर दिसदा है पर उन्हां दी आत्मा गुरु गोबिंद सिंह महाराज जी विच लीन है। जिवें गुरु गोबिंद सिंह महाराज जी सबनां नूं वेखदे तिवें भाई कन्हैया वेखण लग पिया उसे ढंग नाल। ये आत्मा भाई कन्हैया दी आत्मा नहीं है, ये आत्मा गुरु गोबिंद सिंह दी है कि सारियां विच वो स्वरूप वेखना। आपां भाई कन्हैया जी नूं कहीए कि उन्होंने सारियां विच गुरु गोबिंद सिंह महाराज नूं वेख लिया, पर उन्होंने वेख्या कदों? उदों वेख्या जदों भाई कन्हैया दी आत्मा गुरु गोबिंद सिंह लीन हो गई। जिउंदियां जागदियां आत्मा लीन हो जाती है, जिवें तुहाडी सुरत शब्द विच लीन हो जाए। जदों सुरत शब्द विच लीन हो जाए तो फिर की कहिए? दर्शन देखत ही सुध की ना सुध रही, बुद्ध की ना बुद्ध रही, मत मैं ना मत। वो विचित्र खेल हो जाती फिर कि ना बंदा कुछ बोलन जोगा ना कुछ कहण जोगा। इको ही गल कहेगा, चोजी मेरे प्यारिया, चोजी मेरे प्रीतमा, सब कुछ चोज ही आ महाराज जी तुहाडे, कौत किया तुहाडे, की कह सकते। तो हमेशा जदों आत्मा की समझ पैंदी है तो मनुख बड़ा पवित्र हो जाता है। जदों उहदा झुका आकार वाल नूं जांदा है, शरीरां वाल नूं जांदा है, परिवार की तरफ नूं जांदा है, तो फिर माया मोह भरम पै भूले सुत दारास्यों प्रीत लगाई। मोह पै गया, भरम पै गया, कदे इस्त्री प्यारी लगन लग पई, कदे पुत्र प्यारा लगन लग पिया। फिर इत्थों तक भी कई बारी बंदा हेठां नूं चली जानी सुरत, सुरत का ही सलाह चढ़ाया कि होर कोई मंदा बुरा नहीं है, कोई चंगा नहीं है। ये गल समझ लानी, कोई दुनिया ते मंदा नहीं हुंदा, कोई बंदा गलत नहीं हुंदा, केवल उहदी सुरत का उतरा चढ़ा हुंदा है। कबहू जीड़ा ऊब चढ़दा कि जदों ते उहदी सुरत तां चली जाती उदों बंदा पूर्ण गुरसिख हो जाता, पूर्ण साधु हो जाता, सनो महात्मा हुंदा। फिर लोग कहते बंदा सोचिया नहीं सी कि इस तरह की गलती कर सकता, पर गलती तो कुदरती हो गई क्योंकि सुरत हेठां आ गई, 9 दरवाजियां च आ गई। जो 9 दरवाजियां च आ गई तो भुल गया। 9 दरवाजे हमेशा ही मनुख नूं भुला जाते हैं, भुल जाते हैं, भरम पै जाता, मोह खड़ा हो जाता। तो अपने जी सुरत है ना, इनू ऊब चढ़ा के रखना होंदा, 10वें द्वार चढ़ा के रखना होंदा। अपनी सुरत नूं कितना चढ़ाउणा होंदा कि दिसदा है आकार। भाई वरिंदर सिंह जी दे तुसीं गुरसिख दसदे हो, मैं तुहाडीआं शक्लां नूं नहीं वेखदा, मैं तुहाडे शरीरां नूं नहीं वेखदा, मैं तुहाडे मनां नूं नहीं वेखदा, मैं की वेखांगा कि गुरु की संगत है, गुरु की आत्मा इन्हां विच लीन है, गुरु की संगत ही गुरु का रूप है। हुण किसी इस्त्री नूं कई बारी अपना बड़ा हंकार हो जाता, तो जिवें ये गल हो जाती है, भाई मरदाना जी ही गुरु नानक पातशाह नूं कहिंदे आ कि महाराज जी जदों मैं ये नूरजा जादूगरनी दे कोल गया हाँ, पता नहीं मैनूं उहने किवें मोहित कर लिया। क्योंकि भाई मरदाना जी गए असाम दे विच, ते तुहानूं पता है कि भाई मरदाना जी रागी सन। तो जिहड़ा बंदा राग गाउंदा है, कीर्तन करता है, धर्मी है, उहदा मन कोमल हुंदा। कि कुदरती तौर पर धर्मी बंदा बड़ी छेती धोखा खा जाता, वो धोखा दिंदा तो नहीं पर धोखा खा जाता। उहदा कारण कि वह बड़ा विश्वास पात्र हुंदा। जदों मैं किसी नाल धोखा नहीं करता, मैनूं यही यकीन हुंदा कि मेरे नाल कोई धोखा नहीं करेगा। चोर इस करके सावधान हुंदा, चोर नूं पता कि मैं तां धोखेबाज हाँ, तो मैं उहदे पैर पैर ते लोकां नूं धोखा दिंदा। उहदी निगाह ही उस तरह की हुंदी, बड़ा सावधान पहला ही हुंदा, धोखा खांदा नहीं। धर्मी बंदा इस करके मारिया जाता कि वह विश्वास बड़ा हुंदा, वो कभी किसी नाल धोखा करता नहीं, उन्होंने यह हुंदा कि मेरे नाल कोई धोखा कर नहीं सकता। मरदाना जी धर्मी ने, कीर्तन करने वाले ने, वो सोचते हैं कि मेरे नाल कोई धोखा कर नहीं सकता। कोमल हिरदे वाले ने। हुण कोई इस्त्री तुहाडे सामने रोण लग पे, गलेडू सुट्टन लग पे, धर्मी बंदा पसीज जाएगा वो गलेडू वे, वो हंझू वेख करके उन्हें दया आ जाएगी, यदि बांह फड़नी चाहिए। पर यह नहीं पता होंदा कि जिहड़े हंझुआं दे पिछे कितना चरित्र लुकिया होया।
ਕਿਉਂਕਿ ਇਹਦੇ ਚਰਿੱਤਰ ਵੀ ਹੁੰਦਾ ਨਾ ਕਿ ਜੱਜ ਸਾਹਮਣੇ ਵੀ ਚੋਰ ਰੋਹ ਪੈਂਦਾ, ਤੇ ਜੱਜ ਨੂੰ ਪਤਾ ਹੁੰਦਾ ਕਿ ਹੈ ਤੇ ਗੁਨਾਹਗਾਰ ਪਰ ਚਰਿੱਤਰ ਕਰਦਾ ਪਿਆ, ਇਹ ਛੱਡੇਗਾ ਨਹੀਂ ਆਦਤਾਂ। ਉਸ ਟਾਈਮ ਤੇ ਚੋਰ ਸਲਾਹੇ ਚੀਤ ਨਾ ਪੀਜੈ, ਜੇ ਬਦੀ ਕਰੇ ਤਾਂ ਪਸ਼ੂ ਨਾ ਸਿੱਜੇ। ਜੇ ਉਹ ਚੋਰ ਕਹੇ ਕਿ ਜੱਜ ਸਾਹਿਬ ਤੁਸੀਂ ਬੜੇ ਚੰਗੇ ਹੋ, ਜਾਂ ਜੱਜ ਨੂੰ ਕਹੇ ਤੂੰ ਬੜਾ ਮਾੜਾ, ਤਾਂ ਜੱਜ ਦੇ ਉੱਪਰ ਇਹਨਾਂ ਗੱਲਾਂ ਦਾ ਅਸਰ ਨਹੀਂ ਹੁੰਦਾ, ਉਹ ਤਾਂ ਨਿਆਂ ਕਰਦਾ ਨਾ। ਉਹ ਚਰਿੱਤਰ ਜਾਣਦਾ ਕਿ ਬੰਦਾ ਗੁਨਾਹਗਾਰ ਚਰਿੱਤਰ ਕਰੇਗਾ। ਤੇ ਵੇ ਗੁਨਾਹਗਾਰ ਔਰਤਾਂ ਵੀ ਚਰਿੱਤਰ ਕਰਦੀਆਂ ਹੁੰਦੀਆਂ, ਉਹਨਾਂ ਦੇ ਵੀ ਅੱਖਾਂ ਵਿੱਚ ਹੰਝੂ ਹੁੰਦੇ, ਉਸੇ ਤਰ੍ਹਾਂ ਰੋਣਾ ਤੋਣਾ ਹੁੰਦਾ। ਉਹ ਜਿਹੜੀ ਮਨੁੱਖ ਦੇ ਅੰਦਰ ਧਰਮੀ ਬਿਰਤੀ ਹੁੰਦੀ ਹੈ, ਉਹਦੇ ਕਰਕੇ ਮਨੁੱਖ ਦਇਆਵਾਨ ਹੋ ਜਾਂਦਾ। ਜਦੋਂ ਦਇਆਵਾਨ ਹੋ ਜਾਂਦਾ ਤਾਂ ਕਈ ਵਾਰੀ ਕਿ ਉਹ ਜਾਲ 'ਚ ਫਸ ਜਾਂਦਾ। ਉਹ ਚਾਹੁੰਦਾ ਤਾਂ ਨਹੀਂ ਇਸ ਤਰ੍ਹਾਂ ਕਰਨਾ, ਪਰ ਉਹ ਜਾਲ ਵਿੱਚ ਕਸੂਤਾ ਫਸ ਜਾਂਦਾ ਕਿ ਇਹੋ ਜਿਹਾ ਫਿਰ ਉਹ ਕਈ ਵਾਰੀ ਜਾਲ ਵਿੱਚ ਫਸਿਆ ਨਿਕਲਣਾ ਹੀ ਮੁਸ਼ਕਲ ਹੋ ਜਾਂਦਾ। ਇਸ ਢੰਗ ਨਾਲ ਭਾਈ ਮਰਦਾਨਾ ਜੀ ਜਦੋਂ ਗਏ, ਉਹ ਨੂਰ ਜਾਂ ਜਾਦੂ ਕਰਨੀ, ਭਾਵ ਕਿ ਉਹਦੀਆਂ ਮੋਹਿਤ ਗੱਲਾਂ, ਉਹਦਾ ਰੋਣਾ, ਉਹਦੇ ਤਰਲੇ, ਉਹਦਾ ਮੋਹਿਤ ਕਰ ਲੈਣਾ ਮਰਦਾਨੇ। ਮਰਦਾਨਾ ਉਹਦੀਆਂ ਗੱਲਾਂ 'ਚ ਇਹੋ ਜਿਹਾ ਕਿਰਿਆ ਹੋਇਆ ਕਿ ਇਤਿਹਾਸਕਾਰਾਂ ਨੇ ਲਿਖਿਆ ਕਿ ਮਰਦਾਨੇ ਨੂੰ ਕਿੱਲੇ ਨਾਲ ਬੰਨ੍ਹ ਲਿਆ ਗਿਆ, ਉਹਦੀ ਆਵਾਜ਼ ਭੇਡੂਆਂ ਵਰਗੀ ਆਉਣ ਲੱਗੀ, ਭੇਡੂ ਤੱਕ ਬਣਾ ਲਿਆ ਗਿਆ ਕਿ ਜੋ ਉਹ ਬੋਲ ਉਸ ਤਰ੍ਹਾਂ ਬੋਲ। ਤਾਂ ਇਹ ਜਿਹੜੀ ਕਲਾ ਵਰਤਦੀ ਭਾਈ ਮਰਦਾਨੇ ਨੂੰ ਮਹਾਰਾਜ ਨੇ ਜਦੋਂ ਛਡਾਇਆ, ਤਾਂ ਆ ਕਰਕੇ ਕਹਿੰਦਾ, ਮਹਾਰਾਜ ਜੀ ਤੁਸੀਂ ਮੇਰੇ ਗੁਰੂ ਹੋ, ਮੈਂ ਬੜਾ ਮੁਹੱਬਤ ਵੀ ਕਰਦਾ ਹਾਂ, ਤੁਹਾਡੇ ਨਾਲ ਬੜਾ ਪਿਆਰ ਵੀ ਕਰਦਾ ਹਾਂ, ਪਰ ਮੈਂ ਕਿੰਨਾ ਗੁਨਾਹਗਾਰ ਹਾਂ ਕਿ ਤੁਹਾਨੂੰ ਛੱਡ ਕੇ ਮੈਂ ਇੱਕ ਇਸਤਰੀ ਦੇ ਜਾਲ ਵਿੱਚ ਜਾ ਕੇ ਫਸ ਜਾਂਦਾ ਹਾਂ, ਕਿ ਤੁਹਾਨੂੰ ਛੱਡ ਕੇ ਮੈਂ ਉਹਦੇ ਵੱਲ ਚਲਾ ਜਾਂਦਾ ਹਾਂ। ਇਹ ਕਿਉਂ ਹੋ ਗਿਆ? ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਮਰਦਾਨਿਆ ਹਮੇਸ਼ਾ ਅਸੀਂ ਤੇ ਪਿਆਰ ਕਰਨਾ ਹੀ ਹੈ। ਅਸੀਂ ਸ਼ਬਦ ਹਾਂ, ਤੂੰ ਸੁਰਤ ਹੈ। ਸੁਰਤ ਹਮੇਸ਼ਾ ਟੁੱਟਦੀ ਹੁੰਦੀ ਹੈ ਸ਼ਬਦ ਨਾਲ, ਤੇ ਜਦੋਂ ਹੀ ਸ਼ਬਦ ਨਾਲੋਂ ਸੁਰਤ ਟੁੱਟਦੀ ਹੈ, ਉਦੋਂ ਹੀ ਇਹ ਮੈਲੀ ਹੋ ਜਾਂਦੀ ਹੈ। ਜਦੋਂ ਵੀ ਤੂੰ ਸਾਡੇ ਤੋਂ ਰੁੱਸਦਾ ਹੈ, ਸਾਡੇ ਤੋਂ ਟੁੱਟਦਾ ਹੈ, ਉਦੋਂ ਹੀ ਇਹਨਾਂ ਗੱਲਾਂ ਦਾ ਜ਼ੋਰ ਪੈਂਦਾ ਹੈ। ਜੇ ਤੂੰ ਸਾਡੇ ਨਾਲ ਨਾਰਾਜ਼ ਨਾ ਹੋਵੇਂ, ਟੁੱਟ ਕੇ ਸਾਡੇ ਕੋਲ ਜਾਵੇਂ ਨਾ, ਤੇ ਇਹਨਾਂ ਗੱਲਾਂ ਦਾ ਅਸਰ ਹੀ ਨਹੀਂ ਹੋ ਸਕਦਾ ਤੇਰੇ ਉੱਪਰ ਜਦੋਂ ਅਸੀਂ ਤੇਰੇ ਅੰਗ ਸੰਗ ਹਾਂ। ਤਾਂ ਗੁਰੂ ਨਾਨਕ ਮਹਾਰਾਜ ਨੇ ਕਿਹਾ, ਮੈਂ ਸ਼ਬਦ ਹਾਂ, ਮਰਦਾਨਿਆਂ ਤੂੰ ਸੁਰਤ ਹੈ। ਤੇਰੀ ਸੁਰਤ ਊਬ ਚੜ੍ਹਤਾ ਹੈ ਤੇ ਕਬਹੂ ਜਾਏ ਪਿਆਲੇ, ਕਦੀ ਹੇਠਾਂ ਚਲੀ ਜਾਂਦੀ ਹੈ, ਕਦੀ ਉੱਪਰ ਚਲੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿੰਨੇ ਆਪਾਂ ਗੁਰਸਿੱਖ ਹਾਂ, ਜਦੋਂ ਸਾਡੀ ਸੁਰਤ ਹੇਠਾਂ ਜਾਂਦੀ, ਉਦੋਂ ਅਸੀਂ ਇਹ ਵੀ ਔਗਣ ਕੀ ਸਮਝ ਲਓ ਕਿ ਸਮੁੰਦਰ ਹੀ ਭਰ ਜਾਂਦਾ ਔਗਣਾਂ ਦਾ। ਸਾਡੇ ਵਿੱਚ ਗੁਣ ਵੀ ਨੇ, ਸਾਡੇ ਵਿੱਚ ਔਗਣ ਵੀ ਹੈ, ਪਰ ਅਰਦਾਸ ਕਰਨ ਦਾ ਇਹੀ ਢੰਗ ਹੈ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗਣ ਨਾ ਵਿਚਾਰ ਹੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ। ਕਿ ਸੱਚੇ ਪਾਤਸ਼ਾਹ ਬੜੀਆਂ ਚੀਜ਼ਾਂ ਪਾਣੀ ਨਾਲ ਸਾਫ਼ ਹੋ ਜਾਂਦੀਆਂ, ਪਰ ਕੱਚੀ ਮਿੱਟੀ ਵੀ ਕਦੇ ਪਾਣੀ ਨਾਲ ਸਾਫ਼ ਹੋਈ ਹੈ? ਕਿ ਕੱਚੀ ਮਿੱਟੀ ਹੋਵੇ, ਕੱਚੀ ਕੰਧ ਹੀ ਲੈ ਲਓ, ਆਪਾਂ ਕਹੀਏ ਕਿ ਇਹਨੂੰ ਪਾਣੀ ਨਾਲ ਧੋ ਕੇ ਸਾਫ਼ ਕਰ ਲਾਂਗੇ। ਉਹ ਮਹਾਰਾਜ ਜੀ ਪਾਣੀ ਪਾਇਆ ਤਾਂ ਸਗੋਂ ਡਿੱਗ ਪਏਗੀ, ਉਹ ਕੱਚੀ ਕੰਧ ਤਾਂ ਸਗੋਂ ਹੋਰ ਗਾਰਾ ਹੋ ਜਾਏਗੀ, ਉਹਦਾ ਤੇ ਬਚਾ ਹੀ ਕੋਈ ਨਹੀਂ। ਮਾਟੀ ਕਾ ਕਿਆ ਧੋਪੈ ਸੁਆਮੀ, ਕੱਚੀ ਮਿੱਟੀ ਦਾ ਕੀ ਧੋਣਾ, ਕਿਵੇਂ ਧੋ ਸਕਦੀ ਉਹ? ਪਾਣੀ ਉਹਨੂੰ ਕਿਵੇਂ ਧੋ ਸਕਦਾ? ਧੋ ਵੀ ਨਹੀਂ ਸਕਦੀ ਉਹ। ਜਿਵੇਂ ਕੱਚੀ ਮਿੱਟੀ ਨਹੀਂ ਧੁੱਪ ਸਕਦੀ ਪਾਣੀ ਦੇ ਨਾਲ, ਮਹਾਰਾਜ ਜੀ ਸਮਝ ਲਓ ਕਿ ਸਾਡੀ ਬਿਰਤੀ ਦਾ ਵੀ ਕੋਈ ਇਲਾਜ ਨਹੀਂ ਹੈ, ਸਾਡੀ ਸੁਰਤ ਦਾ ਵੀ ਕੋਈ ਇਲਾਜ ਨਹੀਂ ਹੈ। ਅਸੀਂ ਨਹੀਂ ਜੇ ਸਾਧੂ ਬਣ ਸਕਦੇ, ਅਸੀਂ ਨਹੀਂ ਜੇ ਮਹਾਤਮਾ ਬਣ ਸਕਦੇ, ਪਰ ਇਹ ਨਾ ਸੋਚਣਾ ਕਿ ਮਹਾਤਮਾ ਬਣਨਾ ਨਹੀਂ, ਇਹ ਨਾਲ ਹੀ ਸਮਝ ਲੈਣਾ। ਇਹਦਾ ਅਰਥ ਇਹ ਨਹੀਂ ਕਿ ਤੁਸੀਂ ਸਾਧੂ ਨਹੀਂ ਬਣਨਾ। ਇਹ ਇੱਕ ਅਰਦਾਸ ਕਰਨ ਦਾ ਢੰਗ ਹੈ। ਜਿਵੇਂ ਭਗਤ ਰਵਿਦਾਸ ਜੀ ਨੂੰ ਵਾਹਿਗੁਰੂ ਜੀ ਨੇ ਦਰਸ਼ਨ ਦਿੱਤੇ, ਤਾਂ ਜਿਵੇਂ ਰੱਬ ਆਪਣੇ ਪਿਆਰਿਆਂ ਨਾਲ ਖੇਡਾਂ ਕਰਦਾ ਹੀ ਹੈ, ਤਾਂ ਭਗਤ ਰਵਿਦਾਸ ਜੀ ਦੌੜ ਕੇ ਚਰਨਾਂ 'ਤੇ ਮੱਥਾ ਟੇਕਣ ਲੱਗੇ, ਤਾਂ ਵਾਹਿਗੁਰੂ ਜੀ ਨੇ ਆਪਣੇ ਚਰਨ ਪਿੱਛੇ ਕਰ ਲਏ। ਤਾਂ ਕਿਹਾ, ਕਿਉਂ ਜੀ ਮੈਨੂੰ ਚਰਨਾਂ ਵਿੱਚ ਕਿਉਂ ਨਹੀਂ ਨਿਵਾਸ ਦਿੱਤਾ? ਤਵ ਚਰਨਨ ਮਨ ਰਹੇ ਹਮਾਰਾ, ਮੈਂ ਤਾਂ ਦਿਨ ਰਾਤ ਅਰਦਾਸਾਂ ਕਰਦਾ ਸੀ, ਅੱਜ ਤੁਹਾਡੇ ਦਰਸ਼ਨ ਹੋਏ, ਮੈਂ ਚਰਨ ਪਕੜਨ ਲੱਗਿਆ, ਤੁਸੀਂ ਪਿਛਾਂਹ ਕਰ ਲਏ। ਤੂੰ ਪਤਾ ਰੱਬ ਨੇ ਕੀ ਕਿਹਾ? ਜੋ ਕੁਝ ਬ੍ਰਾਹਮਣ ਕਹਿੰਦੇ ਸਨ ਕਿ ਇਹ ਸ਼ੂਦਰ ਹੈ, ਇਹ ਪਾਪੀ ਹੈ, ਤਾਂ ਰੱਬ ਹੱਸ ਕੇ ਕਹਿੰਦਾ, ਲੈ ਤੂੰ ਪਾਪੀ ਬੰਦਾ, ਚਮਿਆਰ ਬੰਦਾ, ਤੂੰ ਮੈਨੂੰ ਛੋਹ ਜਾਏਗਾ, ਮੈਂ ਅਪਵਿੱਤਰ ਹੋ ਜਾਵਾਂਗਾ। ਤਾਂ ਫਿਰ ਤੁਸੀਂ ਸਾਰੇ ਸ਼ਬਦ ਜਾਣਦੇ ਜੋ ਪੰਕਤੀਆਂ ਉਹਨਾਂ ਨੇ ਚਾਰੀਆਂ ਕਿ ਜੋ ਪੈ ਹਉ ਨਾ ਪਾਪ ਕਰਨ ਤਾ,
ਅਹੇ ਅਨੰਤਾ ਪਤਤ ਪਾਵ ਨਾਮ ਕੈਸੇ ਹੁੰਤਾ। ਸ਼ੁਕਰ ਆ, ਇਹ ਵੀ ਸਾਡਾ ਇਹਸਾਨ ਹੈ, ਮਨ ਇਹਸਾਨ। ਅਸੀਂ ਪਰਉਪਕਾਰ ਕਰਨੇ ਤੇਰੇ ਤੇ, ਕਿਉਂ? ਅਸੀਂ ਪਾਪ ਕਰਦੇ ਹਾਂ, ਕਿਉਂ? ਇਹ ਸਾਡਾ ਪਰਉਪਕਾਰ ਹੈ। ਜੇ ਅਸੀਂ ਪਾਪ ਨਾ ਕਰਦੇ ਤੇ ਤੇਰਾ ਇੱਕ ਨਾਮ ਪਤਤ ਪਾਵਨ ਨਹੀਂ ਸੀ ਹੋਣਾ। ਜਿੱਥੇ ਤੇਰੇ ਬੇਅੰਤ ਨਾਮ ਨੇ ਉੱਥੇ ਤੇਰਾ ਇੱਕ ਨਾਮ ਹੈ ਪਤਤ ਪਾਵਨ, ਪਾਪੀਆਂ ਨੂੰ ਬਖਸ਼ ਲੈਣ ਵਾਲਾ। ਦੇਖੋ ਨਾ, ਹਾਸੇ ਹਾਸੇ 'ਚ ਕਿਤਨੀ ਵੱਡੀ ਗੱਲ ਕਹੀ। ਹੁਣ ਕੀ ਭਗਤ ਰਵਿਦਾਸ ਜੀ ਪਾਪੀ ਨੇ? ਸਮਝਣ ਵਾਲੀ ਗੱਲ ਇਹ ਹੈ, ਨਹੀਂ ਪਾਪੀ ਨੇ। ਕੀ ਭਗਤ ਰਵਿਦਾਸ ਜੀ 'ਚ ਔਗਣ ਨੇ? ਉਹਨਾਂ 'ਚ ਕੋਈ ਔਗਣ ਨਹੀਂ, ਪਰ ਉਹਨਾਂ ਨੇ ਕਬੂਲ ਕਰ ਲਿਆ ਕਿ ਮੈਂ ਪਾਪੀ ਵੀ ਹਾਂ। ਮੰਨ ਲਿਆ, ਮੈਂ ਮੰਨਦਾ, ਪਰ ਜੇ ਪਾਪੀ ਹਾਂ ਤੇ ਤਦ ਵੀ ਇਹ ਪਰਉਪਕਾਰ ਹੈ। ਭਗਵਾਨ ਜੀ ਮੇਰਾ ਤੁਹਾਡੇ ਉੱਪਰ ਕਿ ਤੁਹਾਨੂੰ ਪਤਤ ਪਾਵਨ ਨਾਮ ਦਿੱਤਾ ਗਿਆ। ਜੇ ਪਾਪ ਨਾ ਕਰਦੇ ਤੁਹਾਨੂੰ ਪਤਤ ਪਾਵਨ ਕਿਸੇ ਨੇ ਕਹਿਣਾ ਸੀ। ਹੁਣ ਇਹ ਪੰਗਤੀਆਂ ਪੜ੍ਹ ਕੇ ਕਦੇ ਪਾਪ ਨਾ ਕਰਨ ਲੱਗ ਪਏ ਕਿ ਚਲੋ ਜੀ ਅੱਖਾਂ ਮੀਟ ਕੇ ਹੁਣ ਇਹੋ ਕੁਝ ਕਰੀ ਜਾਈਏ, ਗੁਰੂ ਨੇ ਬਖਸ਼ ਲੈਣਾ। ਬਹੁਤੇ ਦੇ ਅੱਖਾਂ ਮੀਟ ਕੇ ਉਹਨਾਂ ਨੇ ਸੋਚਣਾ ਕਿ ਬਾਬਾ ਜੀ ਨੇ ਸੁਣਾ ਦਿੱਤਾ, ਕਥਾਵਾਚਕ ਸੁਣ ਲਿਆ, ਕਰ ਲਓ। ਪਰ ਯਾਦ ਰੱਖਿਓ, ਇਹ ਉਹੀ ਗੱਲ ਹੈ ਕਿ ਜਿੰਨਾ ਪਾਣੀ ਪਾਓਗੇ ਉਨਾ ਹੀ ਗਾਰਾ ਹੁੰਦਾ ਜਾਣਾ। ਇਹ ਜਿੰਨੇ ਔਗਣ ਕਰਦੇ ਜਾਓਗੇ ਉਨੀ ਮੈਲ ਹੋਰ ਚੜ੍ਹਦੀ ਜਾਣੀ ਹੈ, ਤੇ ਮੈਲ ਨੂੰ ਧੋਣਾ ਬੜਾ ਔਖਾ ਹੋਵੇਗਾ। ਇਹ ਮੈਲ ਚੜ੍ਹਾਈ ਵੀ ਤੁਸਾਂ ਨੇ ਆ ਤੇ ਧੋਣੀ ਵੀ ਤੁਹਾਨੂੰ ਹੀ ਪੈਣੀ। ਤੇ ਗੁਰੂ ਨੇ ਕੇਵਲ ਤੁਹਾਨੂੰ ਸਾਬਣ ਹੀ ਦੇਣਾ। ਭਰੀਆ ਮੱਤ ਪਾਪਾਂ ਦਾ ਸੰਗ, ਪਾਪਾਂ ਨਾਲ ਮੱਤ ਕਿੰਨੇ ਭਰੀ? ਤੁਹਾਂ ਭਰੀ ਹੈ। ਤੇ ਉਹ ਧੋਪੈ ਨਾਵੇਂ ਕੇ ਰੰਗ। ਹੁਣ ਇਹ ਨਾਮ ਕਿੱਥੋਂ ਮਿਲਣਾ? ਗੁਰੂ ਕੋ ਮਿਲਣਾ। ਤੇ ਨਾਮ ਵੀ ਜਪਣਾ। ਵੈਸੇ ਤਾਂ ਦੁਨੀਆ ਨਾਮ ਜਪਦੀ ਆਈ ਹੈ, ਪਰ ਗੁਰਮਤ ਦੇ ਨਾਮ ਨੂੰ ਵੀ ਥੋੜਾ ਸਮਝਣਾ ਪੈਂਦਾ। ਗੁਰਮਤ ਦਾ ਨਾਮ ਇੱਕ ਤਾਂ ਵਾਹਿਗੁਰੂ ਗੁਰਮੰਤਰ ਹੈ ਕਿ ਅਭਿਆਸ ਕਰਨਾ। ਜਦੋਂ ਤੁਸੀਂ ਵਾਹਿਗੁਰੂ 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 ਨਾਮ ਚਿੱਤ ਆਵੇ, ਚਿੱਤ ਆਉਣ ਕਾ ਸਦਕਾ ਸਰਬ ਸੁਖ ਹੋਵੇ। ਜੇ ਤੁਹਾਨੂੰ ਇਹ ਵਾਹਿਗੁਰੂ ਨਾਮ ਚਿੱਤ ਆਉਂਦਾ ਰਿਹਾ, ਤੁਹਾਡੇ ਅੰਦਰ ਇੱਕ ਆਤਮਿਕ ਸੁਖ ਬਣੇਗਾ। ਇਹ ਐਸਾ ਸੁਖ ਹੋਵੇਗਾ, ਦੁਨੀਆ ਦੀ ਕੋਈ ਪਰਵਾਹ ਨਹੀਂ, ਦੁੱਖ 'ਚ ਤਬਦੀਲ ਨਹੀਂ ਹੁੰਦਾ। ਇੱਕ ਤਾਂ ਇਹ ਹੈ। ਦੂਸਰਾ, ਐਸਾ ਗਿਆਨ ਜਪੋ ਮਨ ਮੇਰੇ ਕਿ ਜਿਵੇਂ ਨਾਮ ਨੂੰ ਜਪਣਾ ਤਿਵੇਂ ਗਿਆਨ ਨੂੰ ਜਪਣਾ। ਗਿਆਨ ਜਪਣਾ ਇਹ ਹੁੰਦਾ ਕਿ ਜਿਹੜੀ ਗੁਰੂ ਨੇ ਮਰਿਆਦਾ ਦੱਸੀ ਹੈ ਕਿ 4 ਬੱਜਰ ਕ੍ਰੈਤਾਂ ਨੇ, ਇਹਨਾਂ ਨੂੰ ਧਿਆਨ 'ਚ ਰੱਖੋ ਕਿ ਬੱਜਰ ਕ੍ਰੈਤ ਨਾ ਹੋਵੇ ਮੇਰੇ ਕੋਲੋਂ, ਕਿਤੇ ਮੈਂ ਪਤਤ ਨਾ ਹੋ ਜਾਵਾਂ, ਕੋਈ ਡਿੱਗ ਨਾ ਪਾਵਾਂ। ਬੜੀ ਮੁਸ਼ਕਲ ਨਾਲ ਸੁਰਤ ਚੜ੍ਹਦੀ। ਜਿਵੇਂ ਇੱਕ ਬੱਚਾ ਬੜੀ ਮੁਸ਼ਕਲ ਨਾਲ ਗੁੱਡੀ ਤਾਂ ਚੜਾਉਂਦਾ, ਪਰ ਜੋ ਉਚਾਈ 'ਤੇ ਜਾ ਕੇ ਗੁੱਡੀ ਕਿਤੇ ਫਸ ਜਿਹੜੇ ਚਾਰਾ ਵਾਰ-ਵਾਰ ਟੁਣ ਕੇ ਮਾਰਦਾ, ਨਿਕਲਦੀ ਨਹੀਂ ਕਈ ਵਾਰੀ। ਤੋ ਐਸੀ ਫਸਦੀ ਹੈ ਕਿ ਡੋਰੀ ਤੋੜਨੀ ਪੈ ਜਾਂਦੀ ਹੈ। ਕਹਿੰਦਾ ਲੁੱਟ ਲਓ ਜਿੰਨੇ ਲੁੱਟਣੀ, ਹੁਣ ਮੈਂ ਕੁਝ ਨਹੀਂ ਕਰ ਸਕਦਾ। ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ। ਗੁੱਡੀ ਤੋਂ ਨੇ ਬੜੀ ਚੜਾ ਦਿੱਤੀ, ਹਵਾ ਦੇ ਜ਼ੋਰ ਨਾਲ ਚੜ੍ਹ ਵੀ ਗਈ, ਪਰ ਉੱਚੀ ਜਾ ਕੇ ਫਸ ਗਈ। ਜਿੱਥੇ ਅਟਕ ਗਈ ਜਾ ਕੇ, ਉੱਥੇ ਉਹਦੇ ਕੋਲ ਜ਼ੋਰ ਦੇ ਨਾਲ ਵੀ ਨਹੀਂ ਕੱਢੀ ਜਾ ਰਹੀ। ਇਸੇ ਤਰ੍ਹਾਂ ਜਿਹੜਾ ਨਾਮ ਦਾ ਅਭਿਆਸੀ ਹੁੰਦਾ, ਜੋ ਪੂਰਨ ਗੁਰਸਿੱਖ ਹੁੰਦਾ, ਉਹਨੂੰ ਪਤਾ ਹੁੰਦਾ ਕਿ ਮੈਂ ਜੋ ਅੰਦਰੋਂ ਕਮਾਈ ਕਰ ਰਿਹਾ, ਮੇਰੇ ਵਿੱਚ ਕਿੰਨੇ ਗੁਣ ਆ ਤੇ ਕਿੰਨੇ ਔਗਣ ਆ। ਹਰੇਕ ਬੰਦੇ ਨੂੰ ਆਪਣੇ ਔਗਣਾਂ ਦਾ ਪਤਾ, ਆਪਣੀ ਕਮਜ਼ੋਰੀ ਦਾ ਪਤਾ, ਮੇਰੀ ਕੀ ਕਮਜ਼ੋਰੀ ਹੈ। ਕਿ ਜਿਵੇਂ ਚੁਗਲਖੋਰ ਬੰਦਾ ਹੈ, ਉਹਨੂੰ ਪਤਾ ਹੈ ਕਿ ਮੇਰੀ ਇਹ ਆਦਤ ਹੈ ਤੇ ਮੈਂ ਆਦਤ ਤੋਂ ਮਜਬੂਰ ਹਾਂ, ਮੈਂ ਨਹੀਂ ਰਹਿ ਸਕਦਾ। ਨਸ਼ੇ ਕਰਨ ਵਾਲੇ ਨੂੰ ਬੰਦੇ ਨੂੰ ਪਤਾ ਹੁੰਦਾ ਮੈਂ ਨਸ਼ੇ ਤੋਂ ਮਜਬੂਰ ਹਾਂ, ਪਰ ਮੈਂ ਲੋਕੇ ਘੁੱਟ ਪੀਵਾਂ, ਮੈਂ ਪੀਣੀ ਜ਼ਰੂਰ ਹੈ। ਉਹ ਮਜਬੂਰ ਹੁੰਦਾ, ਉਹਦੀਆਂ ਆਦਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ। ਉਹ ਪਰਦੇ ਬਣਾ ਕੇ ਓਲੇ ਹੋ ਕੇ ਕੰਮ ਕਰਦਾ ਹੁੰਦਾ। ਵਸ਼ਈ ਬੰਦਾ ਕੀ ਹੈ, ਬਾਹਰੋਂ ਅੱਖਾਂ ਨੀਵੀਆਂ ਵੀ ਕਰ ਲਏਗਾ, ਝੋਲਾ ਵੀ ਹੋ ਸਕਦਾ ਪਾ ਲਵੇ, ਮਾਲਾ ਵੀ ਪਾ ਲਏ, ਪਰ ਜਦੋਂ ਉਹਨੂੰ ਗੁਨਾਹ ਕਰਨ ਦਾ ਮੌਕਾ ਮਿਲੇਗਾ ਉਹ ਛੱਡੇਗਾ ਨਹੀਂ। ਫਿਰ ਕੀ ਕਰੇਗਾ? ਦੇ ਕਵਾੜ ਕਿ ਦਰਵਾਜ਼ੇ ਢੋਲੋ, ਅਣਖ ਪੜਦੇ ਮੈਂ ਪੜਦੇ ਤਾਂ ਲੋ, ਪਰਦਾਰਾ ਸੰਗ ਫਾਕੈ। ਫਿਰ ਉਹ ਪ੍ਰਬੰਧ ਕਰ ਲੈਂਦਾ ਸਾਰਾ। ਕਿਉਂ ਕਰ ਲੈਂਦਾ? ਕਹਿੰਦਾ ਕਿ ਹੁਣ ਕਿਹੜਾ ਕਿਸੇ ਨੇ ਦੇਖਿਆ। ਮਤਲਬ ਬਾਹਰੋਂ ਤੇ ਉਹ ਧਰਮੀ ਸੀਗਾ, ਬਾਹਰੋਂ ਤੇ ਅੱਖਾਂ ਵੀ ਨੀਵੀਆਂ ਕਰਦਾ ਸੀ, ਬਾਹਰੋਂ ਤੇ ਚੋਲੇ ਵੀ ਪਾਏ ਸੀ, ਸਭ ਕੁਝ ਇਹ ਜਾਣਦਾ ਸੀ ਨਾ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਿੱਖਾਂ ਵਿੱਚ ਵੀ ਹੁੰਦੀਆਂ ਹੀ ਆ, ਤੁਹਾਨੂੰ ਪਤਾ। ਜੇ ਦੂਸਰੇ ਧਰਮਾਂ 'ਚ ਹੁੰਦੀਆਂ, ਸਾਡੇ ਵਿੱਚ ਵੀ ਹੁੰਦੀਆਂ। ਤੇ ਜਦੋਂ ਹੁੰਦੀਆਂ ਕਿ ਉਹ ਤੁਹਾਡੀ ਮਨੋਬਿਰਤੀ ਹੁੰਦੀ ਹੈ, ਤੁਹਾਨੂੰ ਖੁਦ ਪਤਾ ਹੁੰਦਾ ਕਿ ਮੇਰੀ ਮਨੋਬਿਰਤੀ ਹੇਠਾਂ ਨੂੰ ਜਾ ਰਹੀ ਕਿ ਉੱਪਰ ਨੂੰ ਜਾ ਰਹੀ। ਜੇ ਤਾਂ ਤੁਸੀਂ ਕਿਸੇ ਸਰੀਰ ਨੂੰ ਕਿ ਪਰਦਾਰਾਂ ਨੂੰ ਜੇਕਰ ਤੁਸੀਂ ਇਹ ਸਮਝੋ
कि हड्डियां की मुठ है, कुछ भी नहीं है। फर्ज करो अज नहीं कल वो भी मरेगी तो कुझे च पै जाएगी, तो कि हड्डियां की मुठ तो तुम मरी जा रहे हो। जे तुम वेखो तो नक में मैल नहीं है, उहदियां अखां में मैल नहीं है, कि वो कन्ना च मैल नहीं है, कि वो वार वार थुकदी नहीं है, की है वो अंदर। वो तो सगों इतनी अपने आप को मलीन समझती है कि वार वार पाउडर मूँह से मलती, वार वार क्रीमा मूँह से मलती। तुम किनू कहते असली चीज़ है, ये तो सब कुछ नकल है। अजे तुहानू तो विश्वास है ना कि पानी का मूँह धोत्या साफ हो जाता, इन्हों तो विश्वास भी नहीं आता। इन्होंने तो खुद नहीं पता कि साडा असली है कि नकली है। तो जिहड़ी चीज़ इतनी है नकली नकल है, तो नकल नूं वेख के तुसीं इस तरह करो, फिर तो बड़ी माड़ी गल है। तो ज्ञानवान मनुख जिहड़ा हुंदा है वो दूसरे ढंग नाल सोचदा, वो कहंदा है कागज संधी पुतली है, ये कागज की पुतली है, इनू की देखना। तो हाँ, ये नहीं कि वो वेखदा नहीं है, वेखदा है। जिवें पहलां ही कह दिता कि शरीर नूं नहीं वेखदा, आत्मा नूं वेखदा। जोगी इस करके कहंदे सी कि असीं विआह नहीं कराउणा, एक पासे चले जाना, कि पहाड़ों में चढ़ जाना, असी स्त्री नहीं वेखनी। तो मां ने कहा गलनी जोग ना होई, एक दृष्टि कर संसार वेखै, जोगी कही सोई। कि संसार वेख्या करो, बराबर वेख्या करो, एवें नहीं। जिस तरह का शरीर वो हड्डियां खून है मेज है, उस तरह तुहाडे शरीर है। तुसीं किहड़ी गल तो भजदे हो कि जो कुछ उहदे विच है वो कुछ तुहाडे विच है, तुसीं किहड़ी गल तो जांदे हो। महाराज ने जोगियां नूं कहा, तो जोगियां नूं समझ पै गई कि साडी अपनी मनोबिरती खराब है, ना कि औरत खराब है। हाँ, कारण जरूर बन जाता किसी टाइम पर डिगण का, कि बंदा तुरिया जा रहा, गाड़ी चिकड़िया, पैर तिलक जाता। कोई तिलकना तो नहीं चाहता पर तिलक पैंदा। इस तरह कई बार मनोबिरती का मनुख की साफ होंगी, गाड़ी चिकड़ आ जाता, बंदा तिलक पैंदा। दिमाग तिलक जाना तो दिमाग तिलक गया तो गया, तो फिर ऐसा तिलकदा कि कई बार चूड़ा भी बना के बह जाता। इस तरह तिलकदा कि कई बार सब कुछ खूह खाते च पै जाता। किधर गया वह धर्म, तो किधर गई वो शर्म, किधर गई वो लज्जिया, वो बहुत थां जा। तो ये जी मनोबिरती है, मैं कह रहा सी कि एक तो साडा मन है, तुसी अभ्यास द्वारा ज्ञान का बद्दा मन रहे, चाहे ऐसा ज्ञान जपो मन मेरे के वार वार जो गुरु ने ज्ञान दिता है वह अभ्यास करना, नाम का अभ्यास करना। ये अभ्यास नाल ही तुसी पूर्ण गुरसिख बनोगे। जिस दिन पूर्ण गुरसिख बनोगे, तुसी कहोगे ये कला वरत गई, ये तो करामात हो गई, मैं तो इत्थों तक आ ही नहीं सी सकता जिथों तक गुरु मैनू लै आया। जिवें आपां कई बार कहने हैं भी असीं तो गरीबी चों उठे हाँ। सच्ची गल है कि जदों मैं दमदमी टकसाल च पढ़न गया तो मैनू पंजाबी बिल्कुल नहीं सी आउंदी, मैनू ऊड़ा आड़ा नहीं सी लिखना आउंदा कई बार। हालांकि मैं 10वीं क्लास चों गया सी, मेरे अखर ठीक सीगे, पर मेरे कथा ना कीर्तन मेरे दिमाग च कुछ पैंदा नहीं सीगा। एक मैनू दाड़ा भी नहीं सी आउंदा। तो महापुरख बाबा ठाकर सिंह जी कहन लगे तू साबू की तलवंडी जाओ, उत्थे जाके जिहड़ा जोड़े उन्होंने साफ करना, उन्होंने चरण धूड़ अपने चेहरे ते लाउणी ते नाले कुम्हारनी उत्थे लिख के आ वार वार, तो सेवा करके आ सवा महीना, उतों नाले संथ्या कर लिया करी, उत्थे नाले सेवा कर लिया। तो वेखो चलो मैं नहीं जानता महापुरखा ने जो मेरे को करवाया, तो हुण मैं तो अपने आप सोचदा कि मैनूं तो कुछ भी अखर नहीं आउंदा। तो जो अज कोई कथावाचक समझदा तो सच्ची गल मैनूं खुद हुंदा कि मैं कथावाचक किवें बन गया, कि मैनूं कीर्तन भी करना आ गया, मैं कीर्तन भी करदा, दोनों गल्लां आउंदियां। ये कुछ हुंदा है कि जिवें गुरु हरकृष्ण महाराज जी गूंगे के सिर ते सोटी रख जांदे। कभी तुसीं समझोगे कि गूंगा कथा कर सकदा, कभी बोला सुन सकदा नहीं, ये करामात ही वरत जाती हुंदी है। तो जो करामात वरतदी उदन मनुख कहंदा कि मैं तो कुछ भी नहीं, ये तो सब कुछ गुरु कर गया। तो जो गुरु कर गया फिर वो समर्पित भावना ना कहंदा महाराज जी ये तुहाडा ही सब कुछ दिता, ये तुसीं ही परोपकार कर रहे हो, नहीं तो हम रोलते फिरते कोई बात ना पूछते। सतगुर संग कीरे हम थक, लेखा कदे ना छूटिया खिन खिन भूलन हार। कि सारे ही आपां ये हुण जो पौड़ी है वीर जी कहंदे असीं पढ़नी है, पढ़ीए तो सतगुरां दे अगे अरदास करिए कि सच्चे पातशाह जी सानू बख्श लियो। भाई गुरदास जी ने ये जिहड़ी पौड़ी है अरदास वास्ते बनाई है, तो जिहड़े औगण कहे तकरीबन सारे अंदर हुंदे ही है,
ਇਹਨਾਂ ਦੀ ਵਿਆਖਿਆ ਵਾਸਤੇ ਤਾਂ ਇੱਕ ਇੱਕ ਔਗਣ ਦੀ ਕਥਾ ਕਰੀਏ ਤਾਂ 20 ਦਿਨ ਤਾਂ ਲੱਗਣਗੇ ਹੀ। ਤੇ ਇੱਕ ਵੀ ਔਗਣ ਦੀ ਕਥਾ ਕਰਨ ਲੱਗ ਪਓ ਤੇ ਫਿਰ 20 ਦਿਨ ਲੱਗ ਜਾਂਦੇ ਆ। ਤਾਂ ਸਮੁੱਚੇ ਔਗਣ ਤੇ ਅਸੀਂ ਭਰੇ ਹੀ ਪਏ ਹਾਂ। ਇਹੀ ਅਰਦਾਸ ਹੈ ਕਿ ਸਿਮਰ ਮਰੀਦਾ ਢਾਡੀਆ ਸਤਿਗੁਰ ਬਸੰਦਾ। ਹਉ ਅਪਰਾਧੀ ਗੁਣਹਿਗਾਰ, ਹਉ ਅਪਰਾਧੀ ਗੁਣਹਿਗਾਰ। ਜਪੋ ਹਉ ਬੇਮੁਖ ਮੰਦਾ, ਹਉ ਬੇਮੁਖ ਮੰਦਾ। ਚੋਰ ਜਾਰ ਜੁਆਰ ਹਾਂ, ਚੋਰ ਜਾਰ ਜੁਆਰ ਹਾਂ। ਪਰ ਖਰ ਜੋ ਹੰਦਾ, ਪਰ ਖਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋ, ਨਿੰਦਕ ਦੁਸ਼ਟ ਹਰਾਮ ਖੋ। ਠਗ ਦੇਸ ਠਗੰਦਾ, ਠਗ ਦੇਸ ਡਖੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਕਾਮ ਕ੍ਰੋਧ ਮਦ ਲੋਭ ਮੋਹ। ਅਹੰਕਾਰ ਕਰੰਦਾ, ਅਹੰਕਾਰ ਕਰੰਦਾ। ਵਿਸ਼ਵਾਸ ਖਾਤੀ ਕਿਰਤ ਘਾਣ ਮੈਂ, ਵਿਸ਼ਵਾਸ ਖਾਤੀ ਕਿਰਤ ਘਾਣ ਮੈਂ। ਕੋ ਨਾ ਰਖੰਦਾ, ਕੋ ਨਾ ਰਖੰਦਾ। ਸਿਮਰ ਮਰੀਦਾ ਢਾਡੀਆ, ਸਿਮਰ ਮਰੀਦਾ ਢਾਡੀਆ। ਸਤਿਗੁਰ ਬਖਸ਼ੰਦਾ, ਸਤਿਗੁਰ ਬਖਸ਼ੰਦਾ। ਲੇਖੈ ਕਤਹਿ ਨਾ ਛੂਟੀਐ, ਲੇਖੈ ਕਤਹਿ ਨਾ ਛੂਟੀਐ। ਖਿਨ ਖਿਨ ਪੂਲਣ ਹਾਰ, ਖਿਨ ਖਿਨ ਪੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ। ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ। ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ। तब चरणन मन रहे हमारा, तब चरणन मन रहे हमारा। अपना जान करो प्रतपारा, अपना जान करो प्रतपारा। सगल द्वार को छाड़ के, सगल द्वार को छाड़ के। गहो तुहारो द्वार, गहो तुहारो द्वार। वहें गहे की लाज अस, वहें गहे की लाज अस। गोबिंद दास तुहार, गोबिंद दास तुहार। तेग बहादुर सिमरिया, तेग बहादुर सिमरिया। करनौन दियावै थाय,
ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।